राग सूही छंत महला पहला। घर पहला एक ओंकार सतगुर प्रसाद। पर जो मन में मत पियड़ै घर पहुनी बलराम जियो। मैली अवगुण चित बिनो गुर गुण ना समावनी बलराम जियो। गुण सार ना जानी परम पुलानी जो बनबाद गवाया। बर घर दर दर्शन नहीं जाता पिर का साहिब ना पाया। सतगुर पूसना मार्ग चाली सुती रैनो बिहानी। नानक बाल तन रांडे पा बिन पिर धन कुमलानी। बाबा मैं बर दे मैं हर बर पावै तिसकी बलराम जियो। रब रहया जुग चार तिरभवन बाणी जिसकी बलराम जियो। तिर पावन कंत्रवै जुग सुहागण अवगुण बंती दूरे। जैसी आशा तैसी मनसा पूर रहया भरपूरे। हर की नार सो सर्ब सुहागणो रांड न मैले बेसे। नानक मैं बर साचा पावै जुग जुग प्रीतम तैसे। नानक मैं बर साचा पावै जुग जुग प्रीतम तैसे। चवर छतर तख दे मालक साहिब श्री गुरु ग्रंथ साहिब सच्चे पातशाह जी दी पावन निगी गोद विच जुड़ बैठे गुरु प्यारिओ। आप बड़े धनता दे योग हों जो गुरु की पावन बाणी लड़ीवार शब्दी विचार सुनते आ रहे हो। आओ जो आपां मेरे मालक जी दी राग सूही दे विचों पावन बाणी पढ़ी है, इस बाणी नूं विचारन दा यतन करिए।
ਗੁਰਬਾਣੀ ਵਿਚਾਰਨ ਤੋਂ ਪਹਿਲਾਂ ਆਪਸ ਵਿੱਚ ਗੁਰਫਤਿਹ ਦੀ ਸਾਂਝ ਪਾਉਣੀ। ਸਭ ਨੇ ਬੋਲਣਾ ਜੀ। ਆਖਿਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਉਪਦੇਸ਼ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ, ਜੋ ਸਾਨੂੰ ਸੂਹੀ ਰਾਗ ਦੇ ਵਿੱਚੋਂ ਬਖਸ਼ਿਸ਼ ਕੀਤਾ ਹੈ। ਰਾਗ ਸੂਹੀ ਛੰਤ ਮਹੱਲਾ ਪਹਿਲਾ ਕਰ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਰ ਜੋਬਨ ਮੈਂ ਮਤ ਪਈ ਅੜੈ, ਘਰ ਪਹੁਣੀ ਬਲਰਾਮ ਜੀਓ। ਮੈਲੀ ਅਵਗੁਣ ਚਿੱਤ ਬਿਨ, ਗੁਰ ਗੁਣ ਨਾ ਸਮਾਵਣੀ ਬਲਰਾਮ ਜੀਓ। ਇਸ ਪਾਵਨ ਸ਼ਬਦ ਦੇ ਵਿੱਚ ਸਾਹਿਬ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ। ਹੇ ਮੇਰੇ ਪ੍ਰਭੂ ਜੀ, ਮੈਂ ਤੇਥੋਂ ਸਦਕੇ ਜਾਂਦੀ ਹਾਂ, ਕਿਉਂਕਿ ਤੂੰ ਐਸੀ ਅਚਰਜ ਲੀਲਾ ਬਣਾਈ ਆ। ਇਹ ਤੇਰੀ ਅਚਰਜ ਖੇਡ ਹੈ, ਜੋ ਜੀਵ ਇਸਤਰੀ ਤੇਰੀ ਰਚਤ ਮਾਇਆ ਦੇ ਪ੍ਰਭਾਵ ਹੇਠ ਜਵਾਨੀ ਦੇ ਸਮੇਂ ਨੂੰ ਬਰਬਾਦ ਕਰ ਲੈਂਦੀ ਹੈ। ਇਉਂ ਮਸਤ ਰਹਿੰਦੀ ਆ ਜਿਵੇਂ ਇੱਕ ਨਸ਼ਈ ਨਸ਼ੇ ਦੇ ਵਿੱਚ ਮਸਤ ਹੈ। ਹੁਣ ਆਪਾਂ ਨੂੰ ਪਤਾ ਨਾ, ਜਿਸ ਮਨੁੱਖ ਦੇ ਜੀਵਨ ਦੇ ਵਿੱਚ ਸਰੀਰਕ ਤਲ ਤੇ ਅੱਜ ਦੇ ਵਕਤ ਦੌਰਾਨ ਆਪਾਂ ਨਿਗਾਹ ਮਾਰੀਏ ਵੀ ਨਸ਼ਾ ਆ ਜਾਵੇ ਕਿਸੇ ਵੀ ਤਰ੍ਹਾਂ ਦਾ, ਤਾਂ ਉਸ ਵਿਅਕਤੀ ਨੂੰ ਹੋਰ ਕੁਝ ਨਹੀਂ ਸੁਝਦਾ। ਦਰਅਸਲ ਬੜੇ ਉਹਨੂੰ ਸਮਝਾਉਣ ਵਾਲੇ ਆਉਂਦੇ ਨੇ ਜਾਂਦੇ ਨੇ, ਬੜੀਆਂ ਠਰਮੇਦਾਰ ਸਿੱਖਿਆ ਦੇ ਗੱਲਾਂ ਕਰਦੇ ਨੇ, ਪਰ ਉਹ ਆਪਣੇ ਨਸ਼ੇ ਦੇ ਵਿੱਚ ਮਸਤ ਹੈ, ਲੀਨ ਹੈ। ਨਾ ਉਹਨੂੰ ਕਿਸੇ ਦੀ ਗੱਲ ਤੇ ਕੋਈ ਅਸਰ, ਨਾ ਉਹਨੂੰ ਆਪਣੇ ਪਰਿਵਾਰ ਵੱਲ ਕਿਸੇ ਤਰ੍ਹਾਂ ਦੀ ਕੋਈ ਨਿਗਾਹ ਮਾਰਨ ਦੀ ਲੋੜ ਪੈਂਦੀ ਹੈ। ਬਸ ਉਹਨੂੰ ਇੱਕੋ ਹੀ ਚੀਜ਼, ਇੱਕੋ ਹੀ ਬਸ ਪਦਾਰਥ ਚੰਗਾ ਲੱਗਦਾ, ਜਿਹਨੂੰ ਆਪਾਂ ਕਿਸੇ ਵੀ ਰੂਪ ਦੇ ਵਿੱਚ ਕੋਈ ਵੀ ਨਸ਼ੇ ਦਾ ਨਾਮ ਲੈ ਸਕਦੇ ਹਾਂ। ਨਾ ਪਤਨੀ, ਨਾ ਬੱਚੇ, ਨਾ ਮਾਂ ਪਿਓ, ਨਾ ਆਪਣਾ ਸਰੀਰ ਰੂਪੀ ਘਰ। ਬਹੁਤੇ ਲੋਕ ਨੇ ਜਿਨ੍ਹਾਂ ਦੀਆਂ ਸ਼ਰਾਬਾਂ ਨਸ਼ੇ ਜੋ ਕਰਦੇ ਨੇ, ਡਾਕਟਰ ਬੰਦ ਕਰ ਦਿੰਦੇ ਨੇ, ਭਾਈ ਇੰਨਾ ਟਾਈਮ ਰਹਿ ਗਿਆ ਤੇਰਾ, ਜੇ ਤੂੰ ਇਵੇਂ ਜਿਵੇਂ ਨਸ਼ਾ ਕਰਦਾ ਰਿਹਾ ਤਾਂ ਆਖਰ ਸਰੀਰਕ ਤਲ ਤੇ ਮੌਤ ਹੋ ਜਾਵੇਗੀ। ਡਾਕਟਰ ਨੇ ਬਕਾਇਦਾ ਹੀ ਕਹਿ ਦਿੱਤਾ, ਲਿਖ ਕੇ ਦੇ ਦਿੱਤਾ। ਪਰ ਕਿਹੋ ਜਿਹਾ ਸੁਭਾਅ ਉਸ ਬੰਦੇ ਦਾ ਜਿਹੜਾ ਨਸ਼ੇ ਨੂੰ ਪਿਆਰ ਇੰਨਾ ਕਰਦਾ, ਇੰਨਾ ਮਸਤ ਹੋ ਗਿਆ। ਉਹ ਕਹਿੰਦਾ ਸਰੀਰਕ ਤਲ ਤੇ ਮੌਤ ਆਉਂਦੀ ਆ ਜਾਣ ਦੇ, ਪਰ ਮੈਂ ਨਸ਼ਾ ਨਹੀਂ ਛੱਡ ਸਕਦਾ। ਹੁਣ ਇੱਥੇ ਗੁਰੂ ਸਾਹਿਬ ਜੀ ਨੇ ਇਹੀ ਜ਼ਿਕਰ ਕੀਤਾ ਕਿ ਉਹ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਰੀ ਸ੍ਰਿਸ਼ਟੀ ਨੂੰ, ਤਿੰਨੇ ਭਵਨਾਂ ਨੂੰ ਵੀ ਪੈਦਾ ਕੀਤਾ। ਤਿੰਨੇ ਭਵਨਾਂ ਦੀ ਰਚਨਾ ਰਚ ਕੇ ਉਸੇ ਹੀ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਨੇ ਇਸ ਜੀਵ ਨੂੰ ਇੱਥੇ ਭੇਜ ਕੇ ਇੱਕ ਮਹਿਮਾਨ ਦੇ ਰੂਪ ਵਿੱਚ, ਪਹੁਣੀ ਬਲਰਾਮ ਜੀਓ, ਪਹੁਣੀ ਤੋਂ ਭਾਵ ਪ੍ਰਾਹੁਣੀ, ਮਹਿਮਾਨ ਦੇ ਰੂਪ ਵਿੱਚ ਇੱਥੇ ਘੱਲ ਕੇ, ਇੱਥੇ ਭੇਜ ਕੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਮਨੁੱਖਾ ਸਰੀਰ ਵਿੱਚ ਰਹਿੰਦਿਆਂ ਹੋਇਆਂ ਕੁਝ ਭਲਾ ਕਰਨ ਦੀ ਸਾਨੂੰ ਹਦਾਇਤ ਕੀਤੀ ਸੀ, ਹੁਕਮ ਕੀਤਾ ਸੀ, ਪਰ ਭੁੱਲ ਗਏ। ਉਸੇ ਹੀ ਪ੍ਰਮਾਤਮਾ ਵੱਲੋਂ ਦਿੱਤੇ ਹੋਏ ਪਦਾਰਥ ਮਾਇਆ ਦਾ ਰੂਪ ਧਾਰਨ ਕਰ ਗਏ। ਇਹਨਾਂ ਪਦਾਰਥਾਂ ਦੇ ਵਿੱਚ ਇੰਨਾ ਮਨੁੱਖ ਲੀਨ ਹੋ ਗਿਆ, ਇਹਨੂੰ ਨਾ ਆਪਣੇ ਆਪ ਦੀ ਸੋਝੀ ਰਹੀ, ਨਾ ਆਪਣੇ ਪਰਿਵਾਰ ਦੀ ਸੋਝੀ ਰਹੀ।
ਬਾਹਰੀ ਤੌਰ ਤੇ ਨਸ਼ੇ ਵਾਲੇ ਦੀ ਉਦਾਹਰਨ ਕੀ ਸੀ? ਉਹ ਆਪਣੇ ਬੱਚਿਆਂ ਨੂੰ, ਆਪਣੇ ਪਰਿਵਾਰ ਨੂੰ, ਆਪਣੀ ਪਤਨੀ ਨੂੰ ਭੁੱਲ ਗਿਆ। ਬੜੇ ਸੱਜਣਾ ਨੇ, ਮਿੱਤਰਾਂ ਨੇ ਸਮਝਾਇਆ ਪਰ ਨਾ ਸਮਝਿਆ। ਪਰ ਇੱਥੇ ਗੁਰੂ ਸਾਹਿਬ ਜੀ ਕਹਿੰਦੇ ਸਾਡੀ ਜੀਵ ਆਤਮਾ ਇੰਨੀ ਕੋ ਇੱਥੋਂ ਦੇ ਮਟੀਰੀਅਲ ਮਾਇਆ ਰੂਪੀ ਪਦਾਰਥਾਂ ਦੇ ਵਿੱਚ ਲੀਨ ਹੋ ਗਈ, ਮਸਤ ਹੋ ਗਈ। ਇਹ ਆਪਣੇ ਮਾਲਕ ਪਤੀ ਪਰਮੇਸ਼ਰ ਨੂੰ ਵੀ ਭੁੱਲ ਗਈ। ਆਪਣਾ ਪਰਿਵਾਰ, ਕਰਮ ਇੰਦਰੀ, ਗਿਆਨ ਇੰਦਰੀ, ਉਹਨਾਂ ਨੂੰ ਵੀ ਭੁੱਲ ਗਈ। ਭੁੱਲਣ ਦਾ ਕਾਰਨ ਇਹ ਨਸ਼ੇ ਵਿੱਚ ਮਸਤ ਹੋ ਗਈ। ਤਾਈਓ ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਕਿ ਭਰ ਜੋਬਨ ਮੈਂ ਮਤ ਪੀੜੈ ਘਰ ਪਹੁਣੀ ਬਲਰਾਮ ਜੀਓ। ਇਹ ਜਵਾਨੀ ਦੇ ਵਿੱਚ ਮੈਂ ਇੰਨੀ ਮਸਤ ਹੋ ਗਈ, ਇੰਨੀ ਲੀਨ ਹੋ ਗਈ, ਮੈਨੂੰ ਕੁਝ ਵੀ ਨਹੀਂ ਸੁੱਝਦਾ। ਸਭ ਕੁਝ ਉਹਨੇ ਆਪਣੇ ਦਿਮਾਗ ਵਿੱਚੋਂ, ਆਪਣੀ ਸੁਰਤ ਵਿੱਚੋਂ ਵਿਸਾਰ ਦਿੱਤਾ ਹੈ। ਫਿਰ ਪਾਤਸ਼ਾਹ ਜੀ ਕਹਿੰਦੇ ਮੈਲੀ ਅਵਗੁਣ ਚਿੱਤ ਬਿਨ ਗੁਰ ਗੁਣ ਨਾ ਸਮਾਵਣੀ ਬਲਰਾਮ ਜੀ। ਇੱਕ ਉਹ ਅਕਾਲ ਪੁਰਖ ਵਾਹਿਗੁਰੂ ਜੀ ਦਾ ਵੀ ਇਹ ਦੇਸ਼ ਹੈ, ਸਾਨੂੰ ਸਮਝਾਇਆ ਇੱਕ ਥਾਨੀ ਬੜੇ ਥਾਵੀਂ। ਤੇ ਉਹੀ ਸੁਭਾਅ ਬੰਦੇ ਦਾ, ਜਿਵੇਂ ਮੈਲਾ ਵਰਤਣ ਹੋਵੇ ਤੇ ਮੈਲੇ ਵਰਤਣ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਪਦਾਰਥ ਨਹੀਂ ਪਾਇਆ ਜਾਂਦਾ। ਸਿਆਣਾ ਵਿਅਕਤੀ ਨਹੀਂ ਏਦਾਂ ਕਰਦਾ। ਹਾਂ, ਜਿਹਦੇ ਜੀਵਨ ਦੇ ਵਿੱਚ ਵਿਅਕਲੀ ਆ ਨਾ, ਸਿਆਣਪ ਨਹੀਂ ਹੈ, ਉਹ ਇਹ ਕੁਝ ਕਰ ਸਕਦੇ ਨੇ। ਹੁਣ ਜਦੋਂ ਮੈਲੇ ਵਰਤਣ ਦੇ ਵਿੱਚ ਕੋਈ ਪਦਾਰਥ ਨਹੀਂ ਪੈਂਦਾ ਤਾਂ ਉਹ ਵਿਅਕਤੀ ਜਿਹੜਾ ਪਦਾਰਥ ਨੂੰ ਨਹੀਂ ਪਾ ਰਿਹਾ ਉਹ ਸਿਆਣਾ ਗਾ। ਹੁਣ ਸਾਡਾ ਸਰੀਰ ਹੈ, ਪਾਤਸ਼ਾਹ ਜੀ ਕਹਿੰਦੇ ਇਹ ਸਰੀਰ ਅੰਦਰੋਂ ਇੰਨਾ ਕੁ ਮਲੀਨ ਹੋ ਗਿਆ। ਇਸ ਸਰੀਰ ਦੇ ਵਿੱਚ ਵਾਹਿਗੁਰੂ ਪਰਮਾਤਮਾ ਵੱਲੋਂ ਦਿੱਤਾ ਹੋਇਆ ਨਾਮ ਸਭੇ ਥੋਕ ਪ੍ਰਾਪਤੀ, ਥੋਕ ਦੇ ਰੂਪ ਵਿੱਚ ਗਿਆਨ ਇਹ ਨਹੀਂ ਪੈ ਸਕਦਾ, ਮੈਲਾ ਬਰਤਨ ਹੋ ਗਿਆ। ਪਾਤਸ਼ਾਹ ਜੀ ਕਹਿੰਦੇ ਇੰਨੀ ਕੋ ਮੈਲ ਚੜ ਗਈ, ਹੁਣ ਨਾਮ ਰੂਪੀ, ਗਿਆਨ ਰੂਪੀ ਪਦਾਰਥ ਹੈ ਜਿਹੜਾ ਉਹ ਇਹਦੇ ਵਿੱਚ ਨਹੀਂ ਪੈ ਸਕਦਾ। ਹੁਣ ਉਧਾਰ ਕਿਸ ਗੱਲ ਵਿੱਚ ਸੀ? ਚਲੋ ਮੈਲ ਚੜ ਗਈ ਕੋਈ ਗੱਲ ਨਹੀਂ, ਪਰ ਜੇ ਕੋਈ ਮੈਲ ਧੋ ਲਵੇ ਨਾ, ਉਤਾਰ ਲਵੇ, ਉਹਨੂੰ ਵੀ ਸ਼ਾਬਾਸ਼ੀ ਦਿੰਦੇ ਆਪਾਂ। ਮੈਲਾ ਹੋ ਗਿਆ ਨਾ, ਕੋਈ ਗੱਲ ਨਹੀਂ, ਆਪਣੇ ਆਪ ਨੂੰ ਸਾਫ਼ ਕਰ ਲੈ, ਫਿਰ ਤੂੰ ਉਸੇ ਰੂਪ ਦੇ ਵਿੱਚ ਆ ਜਾਵੇਂਗਾ। ਜੇ ਮੈਲ ਨੂੰ ਲਾਹਿਆ ਨਹੀਂ ਹੈ, ਸਾਫ਼ ਨਹੀਂ ਕੀਤਾ, ਫਿਰ ਤੂੰ ਸੱਜਣਾ ਕਬੂਲ ਨਹੀਂ ਹੋ ਸਕਦਾ ਕਿਸੇ ਦੀ ਨਿਗਾਹ ਵਿੱਚ। ਕਿਸੇ ਦੀ ਨਿਗਾਹ ਵਿੱਚ ਕਬੂਲ ਹੋਣਾ ਤਾਂ ਆਪਣੇ ਆਪ ਨੂੰ ਸਾਫ਼ ਰੱਖਣਾ, ਸਾਫ਼ ਕਰਨਾ ਅਤੀ ਜ਼ਰੂਰੀ ਹੈ। ਤਾਈਓ ਗੁਰੂ ਸਾਹਿਬ ਜੀ ਨੇ ਜ਼ਿਕਰ ਕੀਤਾ, ਕਹਿੰਦੇ ਮੈਲੀ ਅਵਗੁਣ, ਮੈਂ ਔਗਣਾ ਕਰਕੇ ਅੰਦਰੋਂ ਮਲੀਨ ਹੋ ਗਈ। ਮੈਲੀ ਅਵਗੁਣ ਚਿੱਤ ਬਿਨ, ਮੇਰਾ ਚਿੱਤ ਗੁਰੂ ਨਾਲ ਨਹੀਂ ਜੁੜਿਆ। ਚਿੱਤ ਬਿਨ ਗੁਰ ਗੁਣ ਨਾ ਸਮਾਵਣੀ, ਗੁਰੂ ਵੱਲੋਂ ਬਖਸ਼ਿਸ਼ ਕੀਤੇ ਹੋਏ ਗੁਣ ਨੇ ਜਿਹੜੇ ਉਹ ਮੇਰੇ ਸਰੀਰ ਰੂਪੀ ਭਾਂਡੇ ਵਿੱਚ ਕਦੇ ਨਹੀਂ ਸਮਾ ਸਕਦੇ, ਉਹ ਕਦੇ ਨਹੀਂ ਰਹਿ ਸਕਦੇ। ਮੈਂ ਮਾਇਆ ਦੇ ਪ੍ਰਭਾਵ ਹੇਠ ਅੰਦਰੋਂ ਮੈਲੀ ਹੋ ਗਈ, ਮਲੀਨ ਹੋ ਗਈ। ਤੇ ਜਵਾਨੀ ਦੇ ਨਸ਼ੇ ਵਿੱਚ, ਜਿਵੇਂ ਸ਼ਰਾਬੀ ਸ਼ਰਾਬ ਵਿੱਚ ਮਸਤ ਰਹਿੰਦਾ, ਇਉਂ ਮੈਂ ਜਵਾਨੀ ਦੇ ਨਸ਼ੇ ਵਿੱਚ ਮਲੀਨ ਹੋ ਗਿਆ। ਪਾਤਸ਼ਾਹ ਜੀ ਕਹਿੰਦੇ ਫਿਰ ਸਮਝ ਨਹੀਂ ਆਉਂਦੀ ਇਸ ਜਗ ਦੀ ਇਹ ਜੀਵ ਆ ਸਰੀਰ ਮਨੁੱਖਾਂ ਦੇ ਇੱਕ ਪ੍ਰਾਹੁਣੀ ਦੇ, ਇੱਕ ਮਹਿਮਾਨ ਦੇ ਰੂਪ ਵਿੱਚ ਹੈ। ਤੇ ਇਹ ਮਹਿਮਾਨ ਦੇ ਰੂਪ ਵਿੱਚ ਬਕਾਰਾਂ ਨਾਲ ਚਿੱਤ ਇੰਨਾ ਕੁ ਮੈਲਾ ਕਰ ਲਿਆ ਕਿ ਗੁਰੂ ਵੱਲੋਂ ਬਖਸ਼ਿਸ਼ ਕੀਤੇ ਹੋਏ ਗਿਆਨ ਨੂੰ ਆਪਣੇ ਅੰਦਰ ਕਦੇ ਨਹੀਂ ਟਿਕਾ ਸਕੇਗਾ। ਗੁਰੂ ਰੂਪੀ ਗਿਆਨ ਦੁੱਧ ਆਪਣੇ ਵੱਲੋਂ ਆਪਾਂ ਆਪਣੇ ਅੰਦਰ ਨਹੀਂ ਟਿਕਾ ਸਕਾਂਗੇ। ਫਿਰ ਪਾਤਸ਼ਾਹ ਜੀ ਕਹਿੰਦੇ ਨੇ ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਸਾਡੀ ਇਹ ਮਲੀਨਤਾ ਵੀ ਖਤਮ ਨਹੀਂ ਹੁੰਦੀ। ਬੱਚਾ ਮੈਲਾ ਹੋ ਗਿਆ ਨਾ, ਜੇ ਝੜਕ ਦਿੱਤੀ ਆ ਤਾਂ ਉਹ ਵੀ ਮਾਂ ਨੇ ਦਿੱਤੀ, ਚੱਲ ਭਰਾ ਲਿਬੜਿਆ ਪਿਆਗਾ, ਮੇਰੇ ਨੇੜੇ ਨਾ ਹੋਈ। ਪਰ ਦੂਜਾ ਰੂਪ ਮਾਂ ਦਾ ਇਹ ਵੀ ਆ ਨਾ, ਜੇ ਬੱਚੇ ਦੀ ਮੈਲ ਲਾਹੀ ਆ ਤਾਂ ਉਹ ਵੀ ਮਾਂ ਨਹੀਂ ਲਾਹੀ ਆ। ਆ ਤੈਨੂੰ ਨੁਹਾਵਾਂ,
ਜਦੋਂ ਸਾਡਾ ਹਿਰਦਾ ਨਸ਼ਿਆਂ ਦੇ ਵਿੱਚ, ਵਿਸ਼ੇ ਵਿਕਾਰਾਂ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਮੈਲਾ ਹੋ ਗਿਆ ਨਾ, ਤੇ ਝਿੜਕ ਦੇਣ ਵਾਲਾ ਕੌਣ ਆ? ਉਹ ਵੀ ਗੁਰੂ ਆ, ਗੁਰੂ ਰੂਪੀ ਮਾਂ। ਚੱਲ ਭਰਾ, ਇੰਨਾ ਮੈਲਾ ਭਾਂਡਾ ਲਈ ਫਿਰਦਾਂਗਾ ਤੇ ਇਹ ਭਾਂਡਾ ਇੱਥੇ ਪ੍ਰਵਾਨ ਨਹੀਂ ਹੋ ਸਕਦਾ। ਤੇ ਜਦੋਂ ਮੈਲ ਲਾਹੁਣ ਦੀ ਗੱਲ ਆਈ ਮਨ ਤੋਂ, ਤਾਂ ਉਹ ਵੀ ਗੁਰੂ ਦੀ ਗੱਲ ਹੀ ਹੈ, ਗੁਰੂ ਰੂਪੀ ਮਾਂ। ਉਹ ਕਹਿੰਦੀ ਆਪ ਪੁੱਤ ਤੈਨੂੰ ਨਵਾਵਾਂ ਮੈਂ। ਤੇ ਫਿਰ ਐਸਾ ਗੁਰੂ ਕਿਹੜਾ ਹੈ? ਉਹ ਹੈ ਕੇਵਲ ਤੇ ਕੇਵਲ ਸ਼ਬਦ ਗੁਰੂ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਇਹ ਗੁਰੂ ਤੋਂ ਬਿਨਾ ਸਮਝ ਆਉਣੀ ਮੁਸ਼ਕਲ ਦੀ ਗੱਲ ਆ। ਇਸ ਲਈ ਗੁਰੂ ਸਾਹਿਬ ਜੀ ਕਹਿੰਦੇ ਭਾਈ ਫਿਰ ਜਵਾਨੀ ਦੇ ਨਸ਼ੇ ਵਿੱਚ ਬੰਦਾ ਇੰਨਾ ਮਦਹੋਸ਼ ਹੋ ਜਾਂਦਾ, ਇੰਨਾ ਮਸਤ ਹੋ ਜਾਂਦਾ ਕਿ ਬੰਦਾ ਆਪਣੇ ਜੀਵਨ ਨੂੰ ਬਰਬਾਦ ਕਰ ਲੈਂਦਾ, ਆਪਣੇ ਭਾਂਡੇ ਨੂੰ ਇੰਨਾ ਮਲੀਨ ਕਰ ਲੈਂਦਾ। ਨਾ ਉਹ ਗੁਰੂ ਦੀ ਨਿਗਾਹ 'ਚ ਕਬੂਲ ਹੁੰਦਾ ਤੇ ਨਾ ਉਹ ਮਨੁੱਖਤਾ ਦੀ ਨਿਗਾਹ 'ਚ ਕਬੂਲ ਹੁੰਦਾ। ਭਗਤ ਫਰੀਦ ਸਾਹਿਬ ਜੀ ਨੇ ਵੀ ਇੱਕ ਥਾਂ ਤੇ ਜ਼ਿਕਰ ਕੀਤਾ ਆਪਣੇ ਪਾਵਨ ਸ਼ਬਦ ਵਿੱਚ। ਫਰੀਦਾ ਕਾਲੀ ਜਿੰਨੀ ਨਾ ਰਾਵਿਆ, ਧੌਲੀ ਰਾਵੈ ਕੋਏ। ਕਰ ਸਾਈ ਸਿਉ ਫਿਰ ਹੜੀ, ਰੰਗ ਨਵੇਲਾ ਹੋਏ। ਹੁਣ ਫਰੀਦ ਸਾਹਿਬ ਜੀ ਕਹਿੰਦੇ ਜਿਨ੍ਹਾਂ ਨੇ ਨਾ ਕਾਲੀ ਜਿੰਨੀ ਨਾ ਰਾਵਿਆ, ਕਾਲੀ ਤੋਂ ਭਾਵ ਜਿਨ੍ਹਾਂ ਨੇ ਜਵਾਨੀ 'ਚ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਨਹੀਂ ਕੀਤਾ। ਇਉਂ ਮੰਨ ਲਓ ਇੱਕ ਉਹ ਵਿਅਕਤੀ ਆ ਜਿਹੜਾ ਅੱਜ ਮਿਹਨਤ ਕਰ ਰਿਹਾ ਗਾ, ਬਚਪਨ ਤੋਂ ਹੀ ਮਿਹਨਤ ਕਰਨੀ ਸ਼ੁਰੂ ਕਰਤੀ, ਜਵਾਨੀ 'ਚ ਮਿਹਨਤ ਕੀਤੀ, ਮਿਹਨਤ ਕਰਦਾ ਕਰਦਾ ਆਪਣੀ ਜੀਵਨ ਦੇ ਵਿੱਚੋਂ ਬਹੁਤ ਵੱਡਾ ਧਨ ਦਾ, ਪ੍ਰਾਪਰਟੀ ਦਾ ਮਾਲਕ ਬਣ ਗਿਆ। ਜਿਹੜਾ ਸਾਈਡ ਤੇ ਆ ਨਾ ਉਹ ਸੋਚ ਰਿਹਾ ਹੈਗਾ ਐਵੇਂ ਪਾਗਲ ਹੋਇਆ ਪਿਆ ਹੈਗਾ, ਅਜੇ ਬਚਪਨ ਦੇ ਵਿੱਚ ਖੇਡਣ ਦੀ, ਹੱਸਣ ਦੀ, ਟੱਪਣ ਦੀ ਉਮਰ ਆ, ਕੀ ਲੋੜ ਆ। ਜਵਾਨੀ ਵਿੱਚ ਚਲਾ ਗਿਆ ਉਹ ਦੂਸਰਾ ਵਿਅਕਤੀ ਆਪਣੇ ਵੱਲੋਂ ਫਿਰ ਮਿਹਨਤ ਕਰ ਰਿਹਾ, ਉਹਨੂੰ ਪਤਾ ਵੀ ਹੁਣ ਵਕਤ ਆ, ਜੇ ਵਕਤ ਗੁਜ਼ਰ ਗਿਆ ਨਾ, ਲੰਘ ਗਿਆ ਤੇ ਫਿਰ ਹੱਥ ਨਹੀਂ ਆਉਣਾ ਵੇਲਾ। ਇੱਕ ਵਾਰੀ ਦਾ ਗੁਜ਼ਰਿਆ ਹੋਇਆ ਵਕਤ ਨਾ, ਲੰਘਿਆ ਹੋਇਆ ਮੌਕਾ ਦੁਬਾਰਾ ਹੱਥ ਨਹੀਂ ਆਵੇਗਾ। ਕਿਉਂ? ਉਹਨੇ ਪੜ੍ਹ ਲਿਆ, ਸੁਣ ਲਿਆ, ਗੁਰਬਾਣੀ ਦੇ ਵਿੱਚੋਂ ਸਮਝ ਲਿਆ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੰਬਾਰ। ਹੁਣ ਪਤਾ ਲੱਗ ਗਿਆ ਨਾ। ਹੁਣ ਉਹਨੇ ਕੀ ਕੀਤਾ? ਉਹਨੇ ਆਪਣੇ ਵੱਲੋਂ ਬਚਪਨ ਜਵਾਨੀ ਦੇ ਵਿੱਚ ਵਧੀਆ ਜੱਜ ਕੇ ਕਹਿ ਲਓ ਮਿਹਨਤ ਕੀਤੀ, ਤੇ ਬਿਰਧ ਅਵਸਥਾ ਦੇ ਵਿੱਚ ਉਹਨੂੰ ਫਿਕਰ ਕੋਈ ਨਹੀਂਗਾ, ਉਹ ਬੇਫਿਕਰਾ ਹੋ ਗਿਆ। ਤੁਸੀਂ ਬਹੁਤ ਪਰਿਵਾਰ, ਬੜੇ ਬਜ਼ੁਰਗ ਵੇਖੇ ਹੋਣਗੇ ਜਿਹੜੇ ਨਾ ਬਜ਼ੁਰਗ ਅਵਸਥਾ ਦੇ ਵਿੱਚ ਆਪਣੀ ਜਵਾਨੀ ਤੇ ਬਚਪਨ ਦੇ ਜੋ ਕਾਰਨਾਮੇ ਨੇ ਉਹ ਦੱਸ ਦਿੰਦੇ ਨੇ ਸਿਆਣੇ ਬੰਦੇ, ਵੀ ਭਾਈ ਅਸੀਂ ਜਵਾਨੀ ਚੰਗਾ ਕੰਮ ਨਹੀਂ ਕੀਤਾ। ਉਹਨੇ ਦੱਸਿਆ ਕਿਉਂ ਆ? ਵੀ ਚੱਲ ਮੇਰੀ ਤਾਂ ਉਮਰ ਗੁਜ਼ਰ ਗਈ, ਹੁਣ ਤੂੰ ਨਾ ਪੁੱਠਾ ਕੰਮ ਕਰ ਬੈਠੀ, ਬਚਪਨ ਵਿੱਚ ਮੈਂ ਕੁਝ ਵੀ ਨਹੀਂ ਕੀਤਾ। ਉਹ ਸੱਚ ਬੋਲ ਪਿਆ, ਬੇਟਾ ਤੂੰ ਨਾ ਕਿਸੇ ਤਰ੍ਹਾਂ ਦਾ ਕੋਈ ਜਿਹਾ ਸਟੈਪ ਚੱਕ ਲਈ ਵੀ ਤੇਰੀ ਜ਼ਿੰਦਗੀ 'ਚ ਬਰਬਾਦੀ ਸ਼ੁਰੂ ਹੋ ਜਾਵੇ। ਜੇ ਚੰਗਾ ਕੰਮ ਕੀਤਾ ਤਾਂ ਉਹ ਬਜ਼ੁਰਗ ਚੰਗੀ ਗੱਲ ਦੱਸਦਾ, ਭਾਈ ਮੈਂ ਬਚਪਨ ਤੋਂ ਲੈ ਕੇ ਜਵਾਨੀ ਦੇ ਵਿੱਚ ਬੜੀ ਮਿਹਨਤ ਕੀਤੀ, ਮੈਂ ਪੜ੍ਹਦਾ ਵੀ ਰਿਹਾ, ਨਾਲ ਨਾਲ ਆਪਣੇ ਬਾਪ ਦੇ ਕੰਮ ਵਿੱਚ ਹੱਥ ਵੀ ਵਟਾਉਂਦਾ ਰਿਹਾ। ਮਿਹਨਤ ਮਜ਼ਦੂਰੀ ਦਾ ਕੋਈ ਡਰ ਨਹੀਂ, ਕੋਈ ਵੀ ਮਨੁੱਖ ਕਿਤੇ ਵੀ ਕਰ ਸਕਦਾ। ਪਰ ਅੱਜ ਸਾਡੇ ਸਮਾਜ ਦੀ ਇੱਕ ਵੀ ਵੱਡੀ ਪ੍ਰੋਬਲਮ ਆ ਵੀ ਸਾਡੇ ਨਾ ਨੌਜਵਾਨ ਤਬਕੇ ਦੇ ਵਿੱਚ ਜਿੰਨੇ ਵੀ ਲੜਕੇ ਨੇ ਜਾਂ ਨੌਜਵਾਨੀ ਕਹ ਲਓ ਜਿੰਨੀ ਵੀ ਹੈ, ਉਹ ਕੰਮ ਕਰਨ ਨੂੰ ਰਾਜੀ ਨਹੀਂ। ਵਿਹਲਾਪਣ ਉਹਨਾਂ ਨੇ ਆਪਣੀ ਜ਼ਿੰਦਗੀ 'ਚ ਲੈ ਜਾਂਦਾ। ਤੇ ਸੱਚ ਇਹ ਆ ਵੀ ਜੇ ਕੋਈ ਕਿਸੇ ਵੀ ਬੰਦਾ ਲੈਵਲ ਦਾ ਹੋਵੇ, ਉਹ ਮਿਹਨਤ ਕਰੇ ਤੇ ਕਦੇ ਵੀ ਇਨਸਾਨ ਆਪਣੀ ਜ਼ਿੰਦਗੀ 'ਚ ਬਰਬਾਦੀ ਵਾਲੇ ਲੱਛਣਾਂ ਦੇ ਵਿੱਚ ਕਦੇ ਨਹੀਂ ਜਾਂਦਾ ਗਾ। ਉਹਦੀ ਜ਼ਿੰਦਗੀ 'ਚ ਬਰਬਾਦੀ ਨਹੀਂ ਆਵੇਗੀ। ਮਿਹਨਤ ਕਰੇ, ਦੱਬ ਕੇ ਬਾਹਰ ਅੱਜ ਕੇ ਖਾ। ਚਲੋ ਸਾਡੀ ਨੌਜਵਾਨ ਮਤਲਬ ਕਿ ਪੀੜ੍ਹੀ ਨੇ ਕੰਮ ਨੂੰ ਪਸੰਦ ਨਹੀਂ ਕੀਤਾ, ਪਿਆਰ ਨਹੀਂ ਕੀਤਾ, ਤੇ ਸਾਡੇ ਸੰਸਾਰ ਦੇ ਵਿੱਚ ਹੀ ਨਾ ਦਾਨੇ ਸੱਜਣਾ ਦੇ ਬੋਲ ਨੇ, ਕੰਮ ਹੀ ਪੂਜਾ ਹੈ।
भी स्पैशल ना कोई मंदिर मसीत विच गुरुद्वारे जाके पूजा करन दी बजाय ना एक तो चलो सेवा लोड़ देख के भी आसे पासे कोई काम धंधा लो भाई आप दो काम कर लें सुन भी लें कोई काम कर भी दें सेवा कर दें एक स्पैशल आरतियां करनियां वाधू दे फोकट कर्म करने स्पैशल श्रद्धालु कहाउणा कित्थे फिर वो दाने पुरखां दे बोल आके ढुकदे ने किवें भी भाई काम ही पूजा। हुण भगत रविदास ने स्पैशल पूजा किहड़ी कीती आ जोड़ा जुत्ती गण दा जदों सुनेहा आंदा साडे पशु मर गए ते चक लिआउंदे ने जाके हाथ पांव कर काम सब चीत नरंजन नाल चित्त नरंजन नाल जोड़ के रखना। दो काम हो गए ना उठत बैठत हर हर ध्याईए मार्ग चलत हरि हर गाईए। चलो वाहिगुरू जी ने सानू दस दिता कहंदे फिर भाई साडे समाज दे विच काम नूं लोकां ने प्यार नहीं कीता जिन्हां ने काम नूं प्यार कीता वो बेफिक्रे ने उन्हां नूं फिक्र कोई नानक चिंता मत करो चिंता तिस ही है। वो कहंदे चिंता कादी है ही नहीं चिंता। चलो आपां उस मुद्दे वाल अपने गुरु पातशाह दे दिते हुए फरमान वाल आइए। गुरु साहब जी कहंदे फिर अपनी जवानी दे नशे विच बड़ा कुछ बर्बाद कर लिया बंदे ने काली जिन्नी ना राविओ एक काली दे विच ना जवानी दे विच सोहणे सोहणे काम कर रहा गा वो कहंदा मैं जद तक कबीलदार नहीं ना हुंदा मतलब मेरे परिवार दे विच वाधा नहीं हुंदा गा उदों तक मैं अपना अड्डा बना गया भाई मैनू फिक्र कोई नहीं अड्डा बन गया मेरा ना मैनू तो डर ही कोई नहीं नौकरी मिले ना मिले मैं अपना अड्डा बना लिया। एक वो आ जिहड़ा तुरी गया आखिरकार वो किसी पासे दा भी नहीं रहा उन्होंने की करना पैंदा आपां नूं पता उन्होंने गलत स्टैप चकना पैंदा नशे दा दी हो गया फाहा ले लिया स्प्रे पी गया इदां दे कारनामे करने पैंदे ने क्यों करने पैंदे ने क्योंकि उन्हें कोई रस्ते दे विच काम नहीं कीता वो बिल्ले ही तुरिया गया। हुण गुरु साहब जी कहंदे जिहड़ा बेला जा रहा ना अक्सर उहदी जिंदगी च हुण भी बर्बादी आ आउण वाले टाइम दे विच भी वो बर्बाद होवेगा उहदे लक्षण दस रहे नेगे। एक ने मेहनत की वो जवानी बचपन दे विचों इन्नी सख्त मेहनत करके गुजरिया बड़े पाउदा सौखा हो गया। हुण गल मोड़िया वो आपां पिछे जिथे गुरु साहब जी लेके आउणा चाहुंदे ने काली जिन्नी ना राविया। हुण फरीद साहब जी कहंदे जिन्हां ने ना आ काली मींज जवानी दे विच काली तो भाव दाड़ा केस काले आ ना असीं जवान ये जवानी दी निशानी आ जदों धौले आउणे शुरू हो गए तां विरध अवस्था दे विच जाना साडा शुरू हो गया असीं उधर नूं तुरना शुरू करता मौत वल। हुण इत्थे गुरु पातशाह जी कहंदे जिन्हां ने भाई जवानी विच बचपन दे विच वाहिगुरू परमात्मा नूं चेते नहीं कीता ते बिरले बिरले हुंदे ने ओ सज्जन जिहड़े बुढ़े हो के ना ओ मालक नूं चेते करन। काली जिन्नी ना राविया धौली भाव बुढ़े होण ते कोई चेते करदा गा काली जिन्नी ना राविया धौली रावै कोई कर साईं मींज मालक कर साईं सो पिर हडी प्यार रंग नवेला होए। जे तू अपनी जिंदगी च रंग चढ़ाउणा ना तां ओ भाई जवानी च चढ़ू जवानी चाहे माड़ा रंग चढ़ाला ते चाहे चंगा रंग चढ़ाला। अपनी लोकां दी बोली रंग दे परथाए माड़ा काम करता तां भी साडे लोग कहंदे ने ओ चढ़ाता चंदा ओ ला लिया रंग ओ लाता रंग ते जे चंगे काम कीते ने वाह जी वाह रंग भाग लागे। शब्द ओही है व्यंग विच लाता रंग पुठा काम करता उदों इदां बोलदा बंदा जदों चंगे काम करदा चंगियाई वाल वाधा तरक्की कर रहा गा ते आपां कहने रंग भाग लागे भाई गल ओही आ पर उहनूं बोलण दे विच फर्क पै गया व्यंग विच ओ लाता रंग जां लाता ललर भाव दूजे पासे रंग भाग। फिर गुरु साहब जी कहंदे रंग वाली गल सेम ही आ एक दे रंग भाग लागे ते एक रंग ला गया। इसे करके गुरु साहब जी कहंदे ना जिन्हां ने भाई बचपन ते जवानी अपनी इदां ही गुजार ली ते ओ कदे विरध अवस्था दे विच कोई बिरला केस हुंदा गा जिहड़ा मालक वाले पासे तुर पे नहीं तुरना मुश्किल आ। हुण आपां थोड़ा जिहा ना अपने इतिहास विचों
ਨਕਸ਼ਾ ਬਣਾ ਲਓ, ਥੋੜੀ ਜਿਹੀ ਇੱਕ ਫੋਟੋ ਵੇਖ ਲਓ। ਗੁਰੂ ਨਾਨਕ ਸਾਹਿਬ ਸਾਡੇ ਮੋਢੀ ਨੇ। ਸਿੱਖ ਧਰਮ ਦੇ ਵੀ ਛੱਡੋ, ਆਪਾਂ ਪੂਰੀ ਮਨੁੱਖਤਾ ਦਾ ਸਾਂਝਾ ਗੁਰੂ ਆ ਬਾਬਾ ਨਾਨਕ। ਹੁਣ ਉਹਨਾਂ ਨੇ ਆਪਣੀ ਜ਼ਿੰਦਗੀ 'ਚ ਕਦੋਂ ਆਪਣੇ ਪਰਿਵਾਰ ਨੂੰ ਨਹੀਂ, ਆਪਣੇ ਆਪ ਨੂੰ ਨਹੀਂ, ਆਪਣੇ ਪਿੰਡ ਨੂੰ, ਆਪਣੇ ਸਮਾਜ ਨੂੰ ਰੰਗ ਲਾਉਣਾ ਸ਼ੁਰੂ ਕੀਤਾ? ਬਚਪਨ ਦੇ ਵਿੱਚ 9 ਸਾਲ ਦੀ ਉਮਰ 'ਚ। ਸਮਝਦੇ ਆ ਨਾ, ਜਦੋਂ ਬੱਚਿਆਂ ਦੀ ਖੇਡਣ ਦੀ, ਹੱਸਣ ਦੀ, ਟੱਪਣ ਦੀ ਉਮਰ ਆ ਨਾ, ਉਦੋਂ ਗੁਰੂ ਨਾਨਕ ਸਾਹਿਬ ਨੇ ਸੱਚ ਦਾ ਹੋਕਾ ਮਾਰਨਾ ਸ਼ੁਰੂ ਕਰ ਦਿੱਤਾ। ਠੀਕ ਆ, ਬੇਸ਼ੱਕ ਅਸੀਂ ਗੁਰਮਤਿ ਦੇ ਅਨੁਕੂਲ ਗੁਰੂ ਨਾਨਕ ਸਾਹਿਬ ਦੀ ਜੋ ਤਸਵੀਰ ਬਣਾਈ ਆ ਨਾ, ਉਹਨੂੰ ਨਹੀਂ ਮੰਨਦੇ। ਚਲੋ ਠੀਕ ਆ ਵੀ ਆਪਣੇ ਘਰਾਂ ਵਿੱਚ ਲੱਗੀਆਂ ਨੇ, ਸਤਿਕਾਰਯੋਗ ਆ, ਆਪਣੇ ਦਿਲ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਪਰਥਾਏ ਪਿਆਰ ਹੈ, ਪਰ ਜ਼ਿਆਦਾਤਰ ਇਸ ਤਸਵੀਰ ਨੂੰ ਸ਼ੋਭਾ ਸਿੰਘ ਜੋ ਇੱਕ ਬਹੁਤ ਤਕੜਾ ਚਿੱਤਰਕਾਰ ਆ, ਵੀ ਉਹਦੀ ਆਪਣੀ ਹੀ ਮੂਰਤ ਮੰਨਿਆ ਜਾਂਦਾ ਗਾ, ਉਹਨੇ ਆਪਣੀ ਹੀ ਸ਼ਕਲ ਬਣਾਈ ਆ। ਪਰ ਉਹ ਚਲੋ ਮੰਨ ਲਓ ਵੀ ਆਪਾਂ ਮੰਨ ਲਿਆ ਵੀ ਨਾਨਕ ਦੀ ਫੋਟੋ ਆ, ਨਾਨਕ ਦੀ ਤਸਵੀਰ ਆ ਗਈ, ਪਰ ਕਿਤੇ ਬਚਪਨ ਤੋਂ ਬਾਅਦ ਜੋ ਜਵਾਨੀ ਆਉਂਦੀ ਹੈ ਨਾ, ਕਾਲੀ ਦਾੜੀ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਫੋਟੋ ਬਹੁਤ ਘੱਟ ਵੇਖੀ ਆ। ਸਾਨੂੰ ਇਉਂ ਜੇ ਜਾਪਦਾ ਵੀ ਗੁਰੂ ਨਾਨਕ ਸਾਹਿਬ ਦੀ ਖਬਨੀ ਜਨਮ ਤੋਂ ਬਾਅਦ ਹੀ ਚਿੱਟੀ ਦਾੜੀ ਆ ਗਈ ਤੇ ਉਹਨਾਂ ਨੇ ਤਾਂ ਚਿੱਟੀ ਦਾੜੀ 'ਚ ਹੀ ਸਾਰਾ ਕੁਝ ਕੀਤਾ ਗਾ। ਨਹੀਂ, ਬਚਪਨ ਜਵਾਨੀ ਦੇ ਵਿੱਚ ਬੜਾ ਕੁਝ ਕੀਤਾ ਬਾਬੇ ਨਾਨਕ ਨੇ। ਜਦੋਂ ਸਾਡਾ ਸਮਾਜ ਕਹਿੰਦਾ ਨਾ ਵੀ ਮੈਂ ਬੁੱਢਾ ਹੋ ਕੇ ਮਾਲਾ ਚੱਕੂੰਗਾ, ਬੁੱਢਾ ਹੋ ਕੇ ਅੰਮ੍ਰਿਤ ਛਕੂੰਗਾ, ਬੁੱਢਾ ਹੋ ਕੇ ਮੈਂ ਬਾਣੀ ਪੜ੍ਹਿਆ ਕਰੂੰ, ਬੁੱਢਾ ਹੋ ਕੇ ਆਪਣੀ ਭਾਵਨਾ, ਨਾ ਭਾਈ ਅਜੇ ਵਿਆਹ ਹੋ ਲੈਣ ਦੇ, ਵਿਆਹ ਹੋ ਗਿਆ ਨਾ ਭਾਈ ਅਜੇ ਕਿੱਥੇ, ਅਜੇ ਤਾਂ ਹੋਰ ਬਹੁਤ ਕਬੀਲਦਾਰੀਆਂ ਪਈਆਂ ਨੇ, ਹੋਰ ਗੁਜ਼ਰ ਜਾਣ ਦੇ ਵਕਤ ਬੁੱਢੇ ਹੋ ਕੇ ਦੇਖਾਂਗੇ। ਪਰ ਨਾਨਕ ਦਾ ਉਪਦੇਸ਼ ਕੀ ਹੈ? ਉਹ ਕਹਿੰਦਾ ਮੈਂ ਜਵਾਨੀ ਬਚਪਨ ਦੇ ਵਿੱਚ ਸੱਚ ਦਾ ਪ੍ਰਚਾਰ। ਜਦੋਂ ਲੋਕ ਆਪਣੇ ਪਰਿਵਾਰ ਵਿੱਚ ਸੋਚਦੇ ਨੇ ਅਜੇ ਹੋਰ ਗੁਜ਼ਰ ਜਾਣ ਦੇ ਵਕਤ, ਅਜੇ ਕਬੀਲਦਾਰੀ ਮੇਰੇ ਸਿਰ ਆ, ਬਾਅਦ ਚ ਦੇਖਾਂਗੇ, ਪਰ ਬਾਬੇ ਨਾਨਕ ਨੇ ਜਵਾਨੀ ਤੇ ਬਚਪਨ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦੀ ਖੁਦ ਆਰਾਧਨਾ ਕੀਤੀ ਤੇ ਆਰਾਧਨਾ ਕਰਵਾਈ। ਤੇ ਜਦੋਂ ਲੋਕ ਮਾਲਾ ਚੱਕਦੇ ਨੇ ਉਦੋਂ ਬਾਬੇ ਨਾਨਕ ਨੇ ਕਹੀ ਚੱਕੀ, ਉਦੋਂ ਬਾਬੇ ਨਾਨਕ ਨੇ ਹਲ ਚੱਕਿਆ। ਜਦੋਂ ਲੋਕਾਂ ਦਾ ਹਲ ਚੱਕਣ ਦਾ ਵਕਤ ਹੈ ਉਦੋਂ ਬਾਬੇ ਨਾਨਕ ਨੇ ਸੱਚ ਦੀ ਮਾਲਾ ਚੱਕੀ। ਹਰ ਹਰ ਅੱਖਰ ਦੋਏ ਹੈ ਮਾਲਾ। ਲੋਕ ਜਦੋਂ ਕੰਮ ਵੱਲ ਤੁਰਦੇ ਨੇ, ਬਾਬਾ ਨਾਨਕ ਮਾਲਾ ਵੱਲ ਭਾਵ ਸੱਚ ਦੇ ਉਪਦੇਸ਼ ਵੱਲ ਤੁਰਦਾ। ਤੇ ਜਦੋਂ ਲੋਕ ਮਾਲਾ ਚੁੱਕਣ ਦੀ ਗੱਲ ਕਰਦੇ ਨੇ ਉਦੋਂ ਬਾਬੇ ਨਾਨਕ ਨੇ ਹਲ ਚੱਕਿਆਗਾ। ਕਰਤਾਰਪੁਰ ਸਾਹਿਬ ਦੀ ਧਰਤੀ ਤੇ ਮੰਜੀ ਬੈਠ ਕੀਆ ਉਤਾਰਾ। ਹੁਣ ਇੱਕ ਥਾਂ ਤੇ ਮੰਜੀ ਤੇ ਬੈਠ ਕੇ ਬਾਬੇ ਨਾਨਕ ਨੇ ਉਪਦੇਸ਼ ਸ਼ੁਰੂ ਕਰ ਦਿੱਤਾ। ਜਵਾਨੀ ਵਕਤ ਚਾਰੇ ਦਿਸ਼ਾਵਾਂ ਦੇ ਵਿੱਚ। ਹੁਣ ਇੱਕ ਥਾਂ ਤੇ ਇੱਥੇ ਆ ਜਾ ਕਰੋ ਭਾਈ, ਹੁਣ ਸਰੀਰ ਬਿਰਧ ਹੋ ਗਿਆ ਨਾ, ਚਲੋ ਜਿੰਨਾ ਹੋਊਗਾ ਮੈਂ ਆਪਣੇ ਖੇਤ ਵਿੱਚ ਕੰਮ ਵੀ ਕਰਿਆ ਕਰੂੰਗਾ ਤੇ ਤੁਸੀਂ ਆ ਜਾਇਆ ਕਰੋ ਜਦੋਂ ਤੁਹਾਡੇ ਕੋਲ ਟਾਈਮ ਹੋਇਆ ਕਰੂਗਾ। ਇਹ ਬਾਬੇ ਨਾਨਕ ਦੀ ਰੀਤ ਆ। ਮੇਰੇ ਕਹਿਣ ਤੋਂ ਭਾਵ ਇਹ ਸੀ, ਗੁਰੂ ਨਾਨਕ ਸਾਹਿਬ ਨੇ ਜਵਾਨੀ ਦੇ ਵਿੱਚ ਰੱਬ ਨੂੰ ਪਿਆਰ ਕੀਤਾ ਤੇ ਸਾਡੀ ਜਵਾਨੀ ਅੱਜ ਕਿਸ ਰਸਤੇ ਤੇ ਜਾ ਰਹੀ ਆ ਇਹ ਅਸੀਂ ਦੇਖ ਸਕਦੇ ਹਾਂ। ਇੱਥੇ ਮੇਰੇ ਮਾਲਕ ਨੇ ਗੱਲ ਜਵਾਨੀ ਦੀ ਕੀਤੀ ਸੀ। ਕਾਲੀ ਜਿੰਨੀ ਨਾ ਰਾਵਿਆ ਧੌਲੀ ਰਾਵੇ ਕੋਏ, ਕਰ ਸਾਈਂ ਸੋਂ ਪਰ ਹੜੀ ਰੰਗ ਨਵੇਲਾ ਹੋਏ। ਉਹਨਾਂ ਦੀ ਜ਼ਿੰਦਗੀ 'ਚ ਇੱਕ ਵੱਖਰਾ ਰੰਗ ਚੜ੍ਹਦਾਗਾ ਜਿਨ੍ਹਾਂ ਨੇ ਆਪਣੇ ਮਾਲਕ ਨੂੰ ਜਵਾਨੀ ਦੇ ਵਿੱਚ ਪਿਆਰ ਕੀਤਾ। ਫਿਰ ਬਾਬੇ ਨਾਨਕ ਨੇ ਕੈਸਾ ਪਿਆਰ ਕੀਤਾ ਤੇ ਦੇਖੋ ਕੈਸਾ ਉਹਨਾਂ ਨੂੰ ਰੰਗ ਚੜ੍ਹਿਆ। ਇਹ ਬਹੁਤਾ ਵਿਸਥਾਰ ਵਿੱਚ ਜਾਣ ਦੀ ਲੋੜ ਨਹੀਂ ਹੈ, ਤੁਸੀਂ ਖੁਦ ਸਮਝਦੇ ਹੋ। ਤੇ ਫਿਰ ਪਾਤਸ਼ਾਹ ਜੀ ਇੱਥੇ ਕੀ ਕਹਿੰਦੇ ਨੇ, ਮੈਲੀ ਅਵਗੁਣ ਚਿੱਤ ਬਿਨ ਗੁਰ ਗੁਣ ਨਾ ਸਮਾਵਣੀ ਬਲਰਾਮ ਜੀਓ। ਮੈਂ ਚਿੱਤ ਕਰਕੇ ਮੈਲੀ ਹਾਂ, ਮੈਂ ਚਿੱਤ ਕਰਕੇ ਮਲੀਨ ਹੋ ਗਈ ਤੇ ਮੇਰੇ ਵਿੱਚ ਗੁਣ ਕਿਵੇਂ ਸਮਾਉਣਗੇ? ਕਦੇ ਹੀ ਨਹੀਂ ਹੋ ਸਕਦਾ ਮੈਲੇ ਚਿੱਤ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣ ਟਿਕ ਜਾਣ। ਨਹੀਂ।
फिर पाशा जिक्र करते ने, कहते बार घर दर दर्शन नहीं जाता, बार घर दर्शन नहीं जाता। हुण गुरु साहब जी कहते बार प्रभु पति मेरा बार घर जिस घर विचों रहिंदा, बार घर दर पातशाह जी कहते ये मालक परमेश्वर जी मेरा दाता जी जिस बार घर दर विच रह रहा ना दर्शन नहीं जाता, ते मैं उहदे दर्शनां नूं कदे अपने अंदरों वेखण दी तांग लालसा प्रगट नहीं कीती। मान लो भी मेरे अंदर कदे ख्याल नहीं बनया भी मैं मेरे वाहिगुरू जी नूं मेरे मालक जी नूं मैं वेख आवां, मैं तक्के आवां, मैं उहदा दर्शन करिया, मैंने कदे ख्याल नहीं बनयागा। पिरका सहज ना पाया ते वो मेरे मालक का सुभाअ किहो जिहा सीगा, वो मालक जी का सहज वाला सुभाअ कदे मैं देखण दा जतन नहीं कीता। मैं माया दी भटकना विच पै के प्रभु दे गुणां दी कीमत नहीं पा सकी, उस अकाल पुरख वाहिगुरू जी दे गुणां दी कीमत नहीं पा सकी। मैं राह छड्ड के कुराहे तुर पई, राह छड्ड के मार्ग ते जाना, सही मार्ग ते जाण वाला अपना तोरा छड्ड के अपनी चाल छड्ड के मैं कुराहे पै के अपनी जवानी नूं बर्बाद कर लिया। मैं भटकना दे विच पै के अपने आप नूं बर्बाद कर लिया। फिर पातशाह ने वाहिगुरू ने लिखिया भी है ना गुरु की पावन बाणी विच, पातशाह जिक्र की करदे ने, कहंदे जिवें ना एक फुल है ते इवें जिवें जवानी आ पाई, फुल दी नीई है धन जोबन अर फुल्लड़ा, नाठी अड़े दिन चार। ये जवानी 4 कुछ दिनां दी आ, थोड़े जे टाइम च लंघ जांदी आ, बाद विच बंदा पछताउंदा। गुरु की पावन बाणी विच चिंता दे परथाई ना बार बार गल कीती है। पातशाह ने कहंदे चिंता दा रोग अज बहुत ज्यादा साडे समाज विच फैलिया होया। तुसी जेड़े मर्जी डॉक्टर कोले, जेड़े मर्जी शरीरक तल ते रोग दी दवाई लैण वग जाओ, उन्हें सब तो पहले ने गल कहनी तुहानूं टेंशन आ कोई, तुसीं जिन्ना मर्जी ना च सिर हिलाई जाओ ना सानूं तां कोई टेंशन नहीं गी, वो बार बार कहो नहीं तुहानूं कोई टेंशन आ, चिंता सुनो कोई। पर इहदा कारण की बन गया, क्योंकि डॉक्टरां नूं पता लग गया भी टेंशन हरेक नूं ही आ। हुण जदों आपां गुरु नानक बाबे कोले आवांगे ना, वो कहंदा जिहड़ा मेरा सिख होया ना उन्होंने कदे चिंता नहीं लगूगी, चिंता दा रोग बिल्कुल नहीं लगता, उहदे नेड़े भी नहीं आउंदा। ते आपां नूं भी पता चिंता दा रोग सारे रोगां नालों शरीरक तल ते जिन्नियां भी बीमारियां ने सारियां बीमारियां नालों चिंता दी बीमारी वध खतरनाक आ। ते पातशाह जी कहते ने सतगुर आयो शरण तुहारी मिलै सुख नाम हर सोभा चिंता लाही हमारी। नानक चिंता मत करो चिंता तिस ही है। अच्छा हुण चिंता कदों हटूगी? जो गल आपां विशा लैता है ना जवानी नूं विषे विकारां दे नशे विच मस्त रखदा बंदा, उस अकाल पुरख वाहिगुरू नूं भुल जांदा। हुण इत्थे अर्थ भाव की बन गए भी बंदा बचपन विच भी ते जवानी विच भी इन्ने क गुनाह कर जांदा, सच जाणिओ उहनूं बुढ़ेपे दे विच ना उही गुनाह चिंता दे रूप विच आके चुंबड़ जांदे ने। चिंता दे रूप विच आके उही गुनाह उही औगण आके चुंबड़ जांदे ने। ते उत्थे जाके बंदा ये सोची जांदा, सोचना ही चिंता, ये सोची जांदा रहिंदा भी जे मैं पहले किते चंगे काम करन लग जांदा गुरु नाल जुड़ जांदा किन्नी वधिया गल सी। पर चलो गुरु पातशाह जी कहंदे ने अजे भी कुछ नहीं बिगड़िया, जो कुछ बिगड़ियो नहीं जो प्रभु गुण गावै, कुछ नहीं बिगड़िया अजे भी, पर बंदे नूं चिंता है इस गल दी। हुण चिंता तो मुक्त कौन है? हुण गुरु साहब जी कहंदे जिवें बचपन ते जवानी दी आपां हुणे गल कीती है ना, जिहड़ा व्यक्ति शुभ गुणां नाल जुड़ गया उहनूं बुढ़ेपे विच तीजी अवस्था विच किसी तरह की कोई टेंशन नहीं है, उहनूं सगों उल्टा माण हुंदा अपने ते।
ਗੁਰੂ ਨਾਨਕ ਸਾਹਿਬ ਨੂੰ ਕਿੰਨਾ ਮਾਣ ਸੀ ਵੀ ਅੱਜ ਤੱਕ ਮੈਂ ਕੋਈ ਵੀ ਗਲਤੀ ਨਹੀਂ ਕੀਤੀ, ਕਿੰਨਾ ਮਾਣ ਸੀ ਉਹਨੂੰ। ਬਾਬਾ ਫਰੀਦ ਸਾਹਿਬ ਨੂੰ ਆਪਣੇ ਆਪ ਤੇ ਕਿੰਨਾ ਫਖਰ ਸੀ, ਕਿੰਨਾ ਮਾਣ ਸੀ। ਬਸ ਇਸੇ ਨੂੰ ਕਿਹਾ ਜਾਂਦਾ ਬਚਪਨ ਜਵਾਨੀ ਦੇ ਵਿੱਚ ਕੀਤੇ ਹੋਏ ਸ਼ੁਭ ਕਾਰਜ, ਸ਼ੁਭ ਭਲੇ ਦੇ ਕੰਮਾਂ ਨੇ ਤੈਨੂੰ ਭਾਈ ਅੰਤ ਵੇਲੇ ਚਿੰਤਾ ਤੋਂ ਮੁਕਤ ਕਰ ਦੇਣਾ ਹੈ, ਤੇ ਇਹੀ ਕੰਮਾਂ, ਪੁੱਠੇ ਕੰਮਾਂ ਨੇ ਤੈਨੂੰ ਚਿੰਤਾ ਦੇ ਵਿੱਚ ਫਸਾ ਦੇਣਾ। 24 ਘੰਟੇ ਡਰ, 24 ਘੰਟੇ ਡਰ ਨਾ, ਨੀਂਦ ਨਹੀਂ ਆਉਂਦੀ, ਭਟਕਦਾ ਬੰਦਾ, ਹੌਲ ਪੈਂਦੇ ਨੇ, ਇਦਾਂ ਦੀ ਅਵਸਥਾ। ਤੇ ਜਿਹੜਾ ਬੰਦਾ ਰੱਬ ਨਾਲ ਜੁੜਿਆ ਉਹਨੂੰ ਕਿਸੇ ਤਰ੍ਹਾਂ ਦੀ ਕੋਈ ਟੈਨਸ਼ਨ ਨਹੀਂ ਹੈ। ਇੱਥੇ ਗੁਰੂ ਸਾਹਿਬ ਜੀ ਕਹਿੰਦੇ ਨੇ ਵਾਰ ਘਰ ਦਰ ਦਰਸ਼ਨ ਨਹੀਂ ਜਾਤਾ, ਮੈਂ ਉਹ ਮਾਲਕ ਪਰਮਾਤਮਾ ਨੂੰ ਪਹਿਚਾਣ ਨਹੀਂ ਸਕਿਆ, ਪਿਰਕਾ ਸਹਿਜ ਨਾ ਭਾਇਆ। ਮੈਂ ਉਹ ਮੇਰੇ ਮਾਲਕ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਕਦੇ ਸਹਿਜ ਦੀ ਅਵਸਥਾ ਵਿੱਚ ਜਾ ਕੇ ਪਹਿਚਾਣ ਨਹੀਂ ਕੀਤੀ, ਉਹਨੂੰ ਮੈਂ ਪਹਿਚਾਣ ਨਹੀਂ ਸਕਿਆ। ਸਹਿਜ ਦੀ ਅਵਸਥਾ ਭਾਵ ਟਕਾ ਦੇ ਵਿੱਚ ਜਾ ਕੇ, ਵੀ ਜਦੋਂ ਵੀ ਮੈਂ ਪਹੁੰਚਦਾ ਮੇਰੇ ਅੰਦਰ ਨਾ ਇੱਕ ਸਹਿਮ ਹੁੰਦਾ, ਡਰ ਹੁੰਦਾ, ਮੇਰੇ ਅੰਦਰ ਪਿਛਲੇ ਕੰਮਾਂ ਦਾ ਫਿਕਰ ਹੁੰਦਾ, ਮੇਰੇ ਅੰਦਰ ਖੱਬੇ ਸੱਜੇ ਮੈਨੂੰ ਕੰਮਾਂ ਦਾ ਫਿਕਰ ਹੁੰਦਾ ਗਾ, ਅੱਗੇ ਪਿੱਛੇ ਸਾਰੇ ਕੰਮਾਂ ਦਾ ਮੈਨੂੰ ਫਿਕਰ ਹੁੰਦਾ ਗਾ। ਕਦੇ ਸਹਿਜ ਦੀ ਅਵਸਥਾ ਵਿੱਚ ਅੰਦਰੋਂ ਬਾਹਰੋਂ ਮੰਨ ਲਓ ਵੀ ਇੱਕ ਹੋ ਕੇ ਮੈਂ ਵਾਹਿਗੁਰੂ ਜੀ ਨੂੰ ਨਹੀਂ ਮਿਲਿਆ, ਸਹਿਜ ਨਾ ਪਾਇਆ। ਅੱਗੇ ਪਾਸ਼ਾ ਜ਼ਿਕਰ ਕਰਦੇ ਨੇ ਸਤਿਗੁਰ ਪੂਛਨਾ ਮਾਰਗ ਚਾਲੀ, ਸੂਤੀ ਰੈਣ ਵਿਹਾਣੀ। ਮੈਂ ਸਤਿਗੁਰ ਨੂੰ ਪੁੱਛ ਕੇ ਕਦੇ ਸਹੀ ਮਾਰਗ ਤੇ ਨਹੀਂ ਗਈ ਚੱਲੀ, ਸੂਤੀ ਮੈਂ ਸੌਂ ਕੇ ਆਪਣੀ ਸਾਰੀ ਉਮਰ ਗੁਜ਼ਾਰ ਦਿੱਤੀ। ਧਨ ਜੋਬਨ ਅਰ ਫੁੱਲੜਾ, ਨਾਠੀ ਅੜੇ ਦਿਨ ਚਾਰ। ਹੁਣ ਪਾਤਸ਼ਾਹ ਜੀ ਕਹਿੰਦੇ ਨੇ ਸੂਤੀ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਸੌਣ ਨੂੰ ਮੁੱਖ ਮੰਨ ਲਿਆ ਨਾ, ਤੇ ਉਹਨਾਂ ਨੂੰ ਹਰ ਕੋਈ ਲਾਹਨਤ ਪਾਉਂਦਾ ਸਰੀਰਕ ਤਲ ਤੇ ਗੁਰੂ ਨੇ ਵੀ ਲਿਖਿਆ ਨਾ ਬਾਬਾ ਹੋਰ ਸੌਣਾ ਖੁਸ਼ੀ ਖੁਆਰ। ਇੱਥੇ ਮਨ ਕਰਕੇ ਸੌਣ ਦੀ ਗੱਲ ਆ, ਮਨ ਕਰਕੇ ਗੁਰੂ ਜਗਾਉਂਦਾ ਵੀ ਆ, ਜਾਗ ਲੈ ਹੋ ਰੇ ਮਨਾ ਜਾਗ ਲੈ ਹੋ, ਮਨ ਕਰਕੇ ਨਾ ਸੌਂ। ਜੇ ਕਿਤੇ ਮਨ ਕਰਕੇ ਸੌਂ ਗਿਆ ਨਾ ਫਿਰ ਵੇਖ ਲਾ ਕਿਹੋ ਜਿਹਾ ਜੀਵਨ ਬਣ ਜਾਵੇਗਾ। ਹੁਣ ਪਾਤਸ਼ਾਹ ਜੀ ਕਹਿੰਦੇ ਨੇ ਸਤਿਗੁਰ ਪੂਛ ਨਾ ਮਾਰਗ ਚਾਲੀ, ਸੂਤੀ ਰਹਿਣ ਵਿਹਾਣੀ। ਮੈਂ ਮੇਰੇ ਵਾਹਿਗੁਰੂ ਜੀ ਨੂੰ ਪੁੱਛ ਕੇ ਕਦੇ ਸਹੀ ਮਾਰਗ ਤੇ ਨਹੀਂ ਤੁਰੀ, ਤੇ ਮੈਂ ਨਾ ਸਾਰੀ ਦੀ ਸਾਰੀ ਉਮਰ ਇਹ ਇੱਕ ਰਾਤ ਹੈ, ਰਾਤ ਭਰ ਸੁੱਤੀ ਰਹੀ, ਰਾਤ ਭਰ ਸੁੱਤੀ ਰਹੀ ਬੇਸੰਸ ਹੋ ਕੇ। ਭਾਵ ਮੈਂ ਇਸ ਗੱਲ ਦਾ ਫਿਕਰ ਨਹੀਂ ਕੀਤਾ ਵੀ ਚਲਾਂਗੇ ਉੱਠ ਨਾਮ ਜਪ ਨਿਸਵਾਸਰ ਆਰਾਧ, ਇਸ ਗੱਲ ਦਾ ਮੈਂ ਕਦੇ ਫਿਕਰ ਨਹੀਂ ਕੀਤਾ, ਕਦੇ ਮੈਂ ਇਸ ਗੱਲ ਵੱਲ ਧਿਆਨ ਨਹੀਂ ਕੀਤਾਗਾ। ਫਿਰ ਗੁਰੂ ਸਾਹਿਬ ਜੀ ਕਹਿੰਦੇ ਨੇ, ਕਹਿੰਦੇ ਫਿਰ ਮੈਂ ਜਦੋਂ ਇਸ ਗੱਲ ਵੱਲ ਧਿਆਨ ਨਹੀਂ ਕੀਤਾ ਤੇ ਮੈਨੂੰ ਕੀ ਪਤਾ ਲੱਗੇ ਕਿਸ ਚੀਜ਼ ਦਾ, ਵੀ ਮੇਰੇ ਮਾਲਕ ਵਿੱਚ ਕਿਹੜੇ ਕਿਹੜੇ ਗੁਣ ਨੇ। ਹੁਣ ਇਹਨੂੰ ਆਪਾਂ ਸਰੀਰਕ ਤਲ ਤੇ ਆਪਣੇ ਘਰ ਵਿੱਚ ਲਿਆਓ। ਜਿਸ ਪਤਨੀ ਨੇ ਮਨ ਕਰਕੇ ਆਪਣੇ ਮਾਲਕ ਦੀ ਪਹਿਚਾਣ ਨਾ ਕੀਤੀ, ਫਿਰ ਪਾਤਸ਼ਾਹ ਜੀ ਕਹਿੰਦੇ ਮਨ ਕਰਕੇ ਜੀਵ ਇਸਤਰੀ ਸੌਂਗੀ ਨਾ ਤੇ ਉਹ ਆਪਣੇ ਮਾਲਕ ਦੀ ਕਦੇ ਕਦਰ ਨਹੀਂ ਕਰੂ। ਮਨ ਕਰਕੇ ਸੌਣ ਤੋਂ ਭਾਵ ਕੀ ਆ, ਆਪਣੇ ਮਾਲਕ ਦੇ ਕਹਿਣੇ ਤੋਂ ਬਾਹਰ ਹੈ ਤੇ ਮਾਲਕ ਦੇ ਗੁਣਾਂ ਦੀ ਉਹ ਪਕੜ ਨਹੀਂ ਕਰ ਸਕਦੀ। ਮੇਰੇ ਮਾਲਕ ਵਿੱਚ ਕਿੰਨੇ ਕੁ ਗੁਣ ਨੇ, ਠੀਕ ਹੈ ਨਾ। ਹੁਣ ਇੱਥੇ ਆਪਾਂ ਨੂੰ ਪਤਾ ਵੀ ਸਾਡੇ ਹੀ ਇਤਿਹਾਸ ਦੇ ਵਿੱਚ ਬੀਬੀ ਭਾਨੀ ਜੀ ਵਰਗੀਆਂ, ਉਹਨਾਂ ਦਾ ਮਾਲਕ ਭਾਈ ਜੇਠਾ ਜੀ, ਧੰਨ ਗੁਰੂ ਰਾਮਦਾਸ ਮਹਾਰਾਜ, ਗੁਣਾਂ ਨੂੰ ਪਹਿਚਾਣ ਲਿਆ, ਮਨ ਕਰਕੇ ਵੇਖ ਲਿਆ ਨਾ ਮੇਰੇ ਪਤੀ 'ਚ ਤਾਂ ਇੰਨੇ ਗੁਣ ਨੇ, ਮੇਰੇ ਪਤੀ ਵਿੱਚ ਜਿੰਨੇ ਗੁਣ ਆ ਨਾ ਇੰਨੇ ਕਿਸੇ 'ਚ ਵੀ ਨਹੀਂ ਨਾ ਹਨ। ਉਹਨੇ ਨਾਲ ਸਾਥ ਦਿੱਤਾ, ਜਿੱਥੇ ਔਗਣ ਸੀ ਉੱਥੇ ਟੋਕਿਆ ਵੀ, ਜਿਹੜੀ ਮਨ ਕਰਕੇ ਇਸਤਰੀ ਜਾਗ ਪਈ। ਫਿਰ ਪਾਤਸ਼ਾਹ ਜੀ ਕਹਿੰਦੇ ਅਸੀਂ ਮਨ ਕਰਕੇ ਸੌਂਗੇ ਤੇ ਵਾਹਿਗੁਰੂ ਪਰਮਾਤਮਾ ਸਾਡਾ ਮਾਲਕ ਹੈ, ਉਹਦੇ ਗੁਣਾਂ ਦੀ ਅਸੀਂ ਪਹਿਚਾਣ ਨਹੀਂ ਕਰ ਸਕੇ, ਤੇ ਉਹਦੇ ਗੁਣਾਂ ਦੀ ਪਹਿਚਾਣ ਕਰਨ ਦੇ ਲਈ ਸਾਨੂੰ ਜਾਗਣਾ ਜ਼ਰੂਰੀ ਹੈ। ਆਪਣੇ ਪਤੀ ਦੀ ਪਰਖ ਕਰਨ ਦੇ ਲਈ ਮਨ ਕਰਕੇ ਜਾਗਣਾ ਜ਼ਰੂਰੀ ਹੈ। ਫਿਰ ਪਾਤਸ਼ਾਹ ਜੀ ਕਹਿੰਦੇ ਸਤਿਗੁਰ ਪੂਛਨਾ ਮਾਰਗ ਚਾਲੀ, ਸੂਤੀ ਰਹਿਣ ਬਿਹਾਨੀ। ਨਾਨਕ ਬਾਲਤਨ ਰੰਡੇਪਾ ਬਿਨ ਪਿਰ ਧਨ ਕੋ ਮਲਾਣੀ। ਮੇਰਾ ਪਤੀ ਤਾਂ ਸੀ, ਮੈਂ ਪਤੀ ਨਾਲੋਂ ਟੁੱਟ ਕੇ ਉਹਦੀ ਪਹਿਚਾਣ ਨਾ ਕਰਨ ਕਰਕੇ ਰੰਡੇਪੇ ਪਣ ਦੇ ਵਿੱਚ ਜ਼ਿੰਦਗੀ ਗੁਜ਼ਾਰ ਦਿੱਤੀ। ਇੱਕ ਤਾਂ ਨਿਜਮਾ ਸਰੀਰ ਕਰਕੇ ਜਿਸ ਪਤਨੀ ਦਾ ਪਤੀ ਚੜ੍ਹਾਈ ਕਰ ਜਾਵੇ ਉਹਨੂੰ ਸੰਸਾਰ
ਰੰਡੀ ਜਾਂ ਰੰਡੇਪੇਪਣ ਦੇ ਵਿੱਚ ਜੀਵਨ ਜਿਉਣ ਵਾਲੀ ਔਰਤ ਕਹਿੰਦਾ ਹੈ। ਇੱਥੇ ਗੁਰੂ ਸਾਹਿਬ ਜੀ ਕਹਿੰਦੇ ਪਤੀ ਤਾਂ ਸੀ ਪਰ ਉਹਨੂੰ ਜਿਉਂਦੇ ਜੀ ਮੈਂ ਆਪਣੇ ਮਨ ਵੱਲੋਂ ਮਾਰ ਦਿੱਤਾ। ਸਾਡਾ ਗੁਰੂ ਪਰਮਾਤਮਾ ਪਤੀ ਤਾਂ ਸੀ ਨਾ, ਪਰ ਉਹਦੀ ਨਾ ਪਹਿਚਾਣ ਕਰਨ ਕਰਕੇ ਉਹਨੂੰ ਮੈਂ ਮਾਰ ਦਿੱਤਾ। ਹੁਣ ਮੈਂ ਮੇਰੇ ਮਾਲਕ ਰੱਬ ਜੀ ਦੀ ਨਿਗਾਹ 'ਚ ਰੰਡੇਪਣ ਵਿੱਚ ਆ। ਮੈਂ ਆਪਣੇ ਮਾਲਕ ਦੀ ਨਿਗਾਹ ਵਿੱਚ, ਮੈਂ ਮਾਲਕ ਦੇ ਕਹਿਣੇ ਤੋਂ ਪਾਸੇ ਹੋ ਕੇ ਰੰਡੇਪਣ ਦੇ ਵਿੱਚ ਜੀਵਨ ਜਿਉਂਦੀ ਹਾਂ। ਹੁਣ ਮੇਰਾ ਕੋਈ ਮਾਲਕ ਨਹੀਂ ਹੈ। ਫਿਰ ਅੱਗੇ ਵਾਹਿਗੁਰੂ ਜੀ ਕਿਰਪਾ ਕਰਦੇ ਨੇ, ਬਾਬਾ ਮੈਂ ਵਰ ਦੇ, ਮੈਂ ਹਰ ਵਰ ਭਾਵੈ, ਮੈਨੂੰ ਉਹ ਵਰ ਦੇ ਜਿਸ ਵਰ ਦੇ ਨਾਲ ਹਰੀ ਪਰਮਾਤਮਾ ਚੰਗਾ ਲੱਗਣ ਲੱਗ ਜਾਵੇ। ਫਿਰ ਪਾਤਸ਼ਾਹ ਜੀ ਕਹਿੰਦੇ ਫਿਰ ਜੇ ਇਹ ਵਰ ਲੈਣਾ ਹੈ ਨਾ ਤੈਨੂੰ ਫਿਰ ਬਚਪਨ ਦੇ ਵਿੱਚ ਜਦੋਂ ਵੀ ਮੰਨ ਲਓ ਹੋਸ਼ ਆ ਗਈ ਨਾ, ਉਦੋਂ ਹੀ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਰੂਪੀ ਧਨ ਇਕੱਤਰ ਕਰਨਾ ਪਵੇਗਾ, ਇਕੱਠਾ ਕਰਨਾ ਪਵੇਗਾ। ਇਉਂ ਕਹਿ ਲਓ ਜਿਵੇਂ ਆਪਾਂ ਆਮ ਹੀ ਕਹਿ ਦਿੰਦੇ ਆ ਵੀ ਰੁਪਈਏ ਇਕੱਠੇ ਕਰਨੇ ਨਾ ਭਾਈ, ਕਿਰਸ ਕਰੋ ਥੋੜੀ ਜੀ, ਮਤਲਬ ਖੁੱਲਾ ਹੱਥ ਨਹੀਂ, ਕਿਰਸ ਕਰਨੀ ਪਊਗੀ। ਕਹਿੰਦੇ ਨਾ ਰਾਜਾ ਰਣਜੀਤ ਸਿੰਘ ਵੇਲੇ ਦੀ ਗੱਲ ਆ, ਦੋ ਭੈਣਾਂ ਇੱਕ ਗੁਆਂਢ ਦੇ ਵਿੱਚ ਪਿੰਡ ਦੇ ਵਿੱਚ ਰਹਿੰਦੀਆਂ ਨੇ ਆਪਸ ਵਿੱਚ। ਇੱਕ ਭੈਣ ਕੋਲੇ ਮੱਝ ਰੱਖੀ ਵੀ ਆ ਤੇ ਇੱਕ ਕੋਲੇ ਬੱਕਰੀ ਰੱਖੀ ਵੀ ਆ। ਹੁਣ ਜਿਹੜੀ ਭੈਣ ਮੱਝ ਵਾਲੀ ਆ ਨਾ, ਉਹ ਵੀ ਆਪਣੇ ਵੱਲੋਂ ਘਿਓ ਜੋੜਨ ਦਾ ਯਤਨ ਕਰਦੀ ਆ, ਪਰ ਹਿਸਾਬ ਤੋਂ ਬਿਨਾ, ਤਰੀਕੇ ਤੋਂ ਬਿਨਾ ਉਹਦੇ ਤੋਂ ਘਿਓ ਜੋੜਿਆ ਨਹੀਂ ਜਾ ਸਕਦਾ। ਖੁੱਲਾ ਹੱਥ ਕਹਿ ਲੋ ਵੀ ਅੰਦਰੋਂ ਤਰੀਕਾ ਨਹੀਂ ਹੈ, ਸਿਆਣਪ ਨਹੀਂ ਹੈ। ਤੇ ਇੱਕ ਉਹ ਭੈਣ ਜਿਹਦੇ ਘਰ ਦੇ ਵਿੱਚ ਬੱਕਰੀ ਆ, ਉਹ ਨਾਲੇ ਆਪਣੇ ਘਰ ਦੇ ਵਿੱਚ ਸਾਰੇ ਪਰਿਵਾਰ ਤੋਂ ਸ਼ੋਭਾ ਖੱਟਦੀ ਆ। ਸਾਰੇ ਪਦਾਰਥ ਦੁੱਧ ਨਾਲ ਤਿਆਰ ਕਰਨ ਵਾਲੇ ਬਣਾ ਕੇ ਦਿੰਦੀ ਆ, ਨਾਲੇ ਥੋੜੀ ਥੋੜੀ ਕਿਰਸ ਕਰਕੇ ਨਾ ਬੱਕਰੀ ਦੇ ਦੁੱਧ ਤੋਂ ਹੀ ਉਹ ਘਿਓ ਇਕੱਠਾ ਕਰ ਲੈਂਦੀ ਆ। ਹੁਣ ਇੱਕ ਦਿਨ ਮੱਝ ਵਾਲੀ ਭੈਣ ਨੇ ਸੋਚਿਆ ਵੀ ਬੜੀ ਚਲਾਕ ਆ, ਉਹ ਤਾਂ ਹੁਣ ਦੂਜੇ ਬੰਦੇ ਦਾ ਕਹਿਣਾ ਹੀ ਹੈਗਾ, ਬੜੀ ਕਿਰਸਣ ਆ। ਚਲੋ ਮੰਨ ਲਓ ਅੰਦਰ ਕੁਛ ਮੈਲਾਪਣ ਆ ਗਿਆ, ਕਹਿੰਦੀ ਮੈਨੂੰ ਘਿਓ ਦੇ ਦੇ। ਉਹ ਕਹਿੰਦੀ ਹਾਂ ਲੈ ਲਾ, ਕਿੰਨਾ ਚਾਹੀਦਾ ਬੋਲ, ਇੰਨਾ ਚਾਹੀਦਾ ਗਾ। ਹੁਣ ਘਿਓ ਲੈ ਲਿਆ, ਕੁਝ ਸਮਾਂ ਲੰਘਿਆ, ਉਹ ਮੁੱਕਰ ਗਈ ਮੱਝ ਵਾਲੀ। ਕਹਿੰਦੀ ਕਮਾਲ ਦੀ ਗੱਲ ਆ, ਮੈਂ ਤੈਥੋਂ ਘਿਓ ਲੈਤੇ ਹੀ ਨਹੀਂ ਗਾ। ਜਦੋਂ ਮੁੱਕਰ ਗਈ ਤੇ ਬੱਕਰੀ ਵਾਲੀ ਭੈਣ ਨੇ ਆਸ-ਪਾਸ ਗੁਆਂਢ ਚੋਂ 2 4 5 ਭੈਣਾਂ ਇਕੱਠੀਆਂ ਕਰ ਲਈਆਂ ਵੀ ਭੈਣੋ ਇਹ ਮੈਥੋਂ ਘਿਓ ਲੈ ਗਈ ਤੇ ਹੁਣ ਮੁੱਕਰ ਗਈ। ਤੇ ਜਿਹੜੀ ਹੁਣ ਮੱਝ ਵਾਲੀ ਸੀ ਉਹ ਰੌਲਾ ਪਾਉਣ ਲੱਗੀ ਸੀ, ਮੂਰਖ। ਕਹਿੰਦੀ ਲੈ ਮੇਰੇ ਕੋਲੇ ਮੱਝ ਆ ਗਈ, ਇਹਦੇ ਕੋਲੇ ਬੱਕਰੀ ਆ, ਮੈਂ ਇਹ ਤੋਂ ਘਿਓ ਭਾਵੇਂ ਕਿਵੇਂ ਲਊਂਗੀ, ਇਹ ਮੈਥੋਂ ਲਿਜਾ ਸਕਦੀ ਆ। ਚਲੋ ਜਿਹੜੀਆਂ 5-7 ਭੈਣਾਂ ਹੈਗੀਆਂ ਸੀ ਉਹਨਾਂ ਨੇ ਪਰਖ ਨਾ ਕੀਤੀ, ਉਹ ਕਹਿੰਦੇ ਗੱਲ ਤਾਂ ਸਹੀ ਆ ਵੀ ਇਹਦੇ ਕੋਲੇ ਤਾਂ ਮੱਝ ਆਪਦੀ ਹੈਗੀ, ਤੈਥੋਂ ਘਿਓ ਕਿਵੇਂ ਲੈ ਕੇ ਜਾ ਸਕਦੀ ਹੈਗੀ, ਤੂੰ ਘਿਓ ਕਿਵੇਂ ਜੋੜ ਸਕਦੀ ਹੈਗੀ, ਨਹੀਂ ਤੂੰ ਝੂਠ ਬੋਲਦੀ ਆ। ਚਲੋ ਬੱਕਰੀ ਵਾਲੀ ਦੇ ਅੰਦਰ ਦਰਦ ਸੀ, ਕਿਸ ਗੱਲ ਦਾ, ਇਸ ਗੱਲ ਦਾ ਵੀ ਮੈਂ ਮਿਹਨਤ ਕੀਤੀ ਆ, ਮੈਂ ਨਾ ਬਹੁਤ ਸੋਹਣੇ ਢੰਗ ਦੇ ਨਾਲ ਆਪਣੇ ਘਰ ਨੂੰ ਵੀ ਚਲਾ ਰਹੀ ਆ ਤੇ ਥੋੜਾ ਥੋੜਾ ਦੁੱਧ ਇਕੱਠਾ ਕਰਕੇ ਉਹਨੂੰ ਮੈਂ ਘਿਓ ਦੇ ਰੂਪ 'ਚ ਵੀ ਬਦਲ ਰਹੀ ਆ। ਸੱਚ ਆ ਨਾ ਅੰਦਰ, ਤੇ ਅੰਦਰ ਸੱਚ ਹੋਣ ਕਰਕੇ ਭਾਵੇਂ ਗੱਲ ਨਿੱਕੀ ਜਿਹੀ ਆ, ਉਹਨੇ ਸ਼ਿਕਾਇਤ ਰਣਜੀਤ ਸਿੰਘ ਦੇ ਦਰਬਾਰ ਵਿੱਚ ਕਰ ਦਿੱਤੀ। ਕਹਿੰਦੀ ਇਉਂ ਕਰਕੇ ਨਾ ਆਹ ਮਸਲਾ, ਇਸ ਮਸਲੇ ਦਾ ਹੱਲ ਹੋਣਾ ਚਾਹੀਦਾ। ਚਲੋ ਰਾਜਾ ਰਣਜੀਤ ਸਿੰਘ ਵੀ ਇੱਕ ਵਾਰੀ ਤਾਂ ਹੈਰਾਨ ਹੋਇਆ ਵੀ ਯਾਰ ਇਹਦੇ ਕੋਲੇ ਬੱਕਰੀ ਆ, ਉਹਦੇ ਕੋਲੇ ਮੱਝ ਆ। ਉਹ ਕਹਿੰਦਾ ਕੋਈ ਗੱਲ ਨਹੀਂ, ਤੁਸੀਂ ਨਾ 5-7 ਦਿਨਾਂ ਤੱਕ ਆਇਓ ਦੁਬਾਰੇ, ਮੈਂ ਉਹਦੇ ਤੱਕ ਸੋਚਾਂਗਾ। ਦੋਨੇ ਜਣੀਆਂ ਆ ਜਾਓ ਇਕੱਠੀਆਂ, ਦੋਨਾਂ ਨੂੰ ਮਤਲਬ ਸੁਨੇਹਾ ਲਾ ਦਿੱਤਾ। 5ਵੇਂ ਦਿਨ 7ਵੇਂ ਦਿਨ ਦੋਨੇ ਜਣੀਆਂ ਵਗ ਗਈਆਂ। ਕੀ ਰੌਲਾ ਭਾਈ? ਰਣਜੀਤ ਸਿੰਘ ਕਹਿੰਦਾ ਦੱਸਤਾ ਰੌਲਾ। ਹੁਣ ਜਿਹੜੀ ਨੇ ਘਿਓ ਮੁੱਕਰਿਆ ਸੀ ਨਾ, ਉਹ ਰੌਲਾ ਵੱਧ ਪਾਉਂਦੀ ਆ।
ਤੁਸੀਂ ਆਪ ਹੀ ਦੇਖੋ ਰਾਜਾ ਸਾਹਿਬ, ਮੇਰੇ ਕੋਲੇ ਮੱਝ ਆ, ਇਹਦੇ ਕੋਲੇ ਬੱਕਰੀ ਆ, ਭਲਾ ਮੈਂ ਇਹਦਾ ਘਿਓ ਕਿਵੇਂ ਲੈ ਜਾਊਂਗੀ? ਇਹ ਮੈਥੋਂ ਲਿਜਾ ਸਕਦੀ ਹੈ, ਮੈਂ ਮੱਝ ਦੀ ਮਾਲਕਣੀ, ਬੱਕਰੀ ਦੀ ਮਾਲਕਣੀ, ਘਿਓ ਕਿਵੇਂ ਇਕੱਠਾ ਕਰ ਲੂ? ਰਾਜਾ ਰਣਜੀਤ ਸਿੰਘ ਵੀ ਮੱਝ ਵਾਲੀ ਦੀਆਂ ਗੱਲਾਂ ਸੁਣ ਰਿਹਾ ਵੀ ਗੱਲ ਤਾਂ ਇਹਦੀ ਠੀਕ ਆ, ਪਰ ਕੁਝ ਟਾਈਮ ਬਾਅਦ ਸੋਚਿਆ ਕੁਛ। ਆਪਾਂ ਨੂੰ ਪਤਾ ਨਾ ਵੀ ਰਣਜੀਤ ਸਿੰਘ ਦਾ ਰਾਜ ਆ ਜਿਹੜਾ ਬਹੁਤ ਵਧੀਆ ਰਾਜ ਸੀਗਾ। ਚਲੋ ਕਿਤੇ ਨਾ ਕਿਤੇ ਕੋਈ ਕਮੀ ਆ ਜਾਂਦੀ ਆ, ਆਪਾਂ ਉਹ ਪੁਆਇੰਟ ਨਹੀਂ ਵੇਖਣਾਗਾ, ਆਪਾਂ ਉਹ ਵੇਖਣਾ ਵੀ ਜਿੱਥੇ ਚੰਗਿਆਈ ਆ, ਚੰਗਾ ਪੱਖ ਵੇਖਣਾ, ਮਾੜਾ ਨਹੀਂ ਵੇਖਣਾਗਾ। ਹੁਣ ਰਾਜਾ ਰਣਜੀਤ ਸਿੰਘ ਦਾ ਰਾਜ ਆ ਚੰਗਾ, ਚੰਗਾ ਰਾਜਾ, ਵਧੀਆ ਰਾਜਾਂ ਵਿੱਚ ਰਾਜ ਹੈਗਾ ਇਹ। ਅੱਜ ਵੀ ਮੰਗ ਹੁੰਦੀ ਹੈ ਨਾ ਵੀ ਅਸੀਂ ਆਪਣੇ ਪੰਜਾਬ ਨੂੰ ਰਾਜਾ ਰਣਜੀਤ ਸਿੰਘ ਦੇ ਰਾਜ ਵਰਗਾ ਰਾਜ ਪੈਦਾ ਕਰ ਦਾਂਗੇ। ਕਦੇ ਵੀ ਨਹੀਂ ਹੋ ਸਕਦਾ, ਸੁਪਨੇ ਵਿੱਚ ਵੀ ਨਹੀਂ ਉਹ ਚੀਜ਼ ਦੁਬਾਰੇ ਆ ਸਕਦੀ। ਬਾਕੀ ਤਾਂ ਛੱਡੋ, ਪਹਿਲੀ ਗੱਲ ਤਾਂ ਐਡਾ ਵੱਡਾ ਪੰਜਾਬ ਸੀ, ਹੁਣ ਕਿੱਡਾ ਰਹਿ ਗਿਆ? ਇੱਕ ਚਿੜੀ ਦੇ ਪੰਜੇ ਜਿੱਡਾ ਰਹਿ ਗਿਆ। ਤੇ ਕਿਵੇਂ ਦੁਬਾਰਾ ਉਥੋਂ ਤੱਕ ਅਸੀਂ ਮੱਲਾ ਮਾਰ ਸਕਦੇ ਹਾਂ? ਨਹੀਂ ਕਦੇ ਮਾਰ ਸਕਦੇ। ਰਾਜਾ ਰਣਜੀਤ ਸਿੰਘ 'ਚ ਗੁਣ ਸੀ, ਕਿੰਨੇ ਕੁ ਸੀ? ਬਹੁਤ ਜ਼ਿਆਦਾ। ਚਲੋ ਵਾਹਿਗੁਰੂ ਭਲੀ ਕਰੇ। ਹੁਣ ਰਣਜੀਤ ਸਿੰਘ ਕਹਿੰਦਾ ਨਾ, ਇਉਂ ਕਰੋ ਤੁਸੀਂ ਪਹਿਲਾਂ ਨਾ ਮੇਰੇ ਦਰਬਾਰ ਵਿੱਚ ਆ ਕੇ ਲੜਨਾ ਸ਼ੁਰੂ ਕਰ ਦਿੱਤਾ, ਕੋਈ ਗੱਲ ਮੇਰੀ ਨਹੀਂ ਸੁਣਦੇ, ਕਿਸੇ ਹੋਰ ਅਹਿਲਕਾਰ ਦੀ ਨਹੀਂ ਸੁਣਦੇ। ਆਹ ਚੱਕੋ 2 ਗੜਬੀਆਂ ਪਾਣੀ ਦੀਆਂ ਪਈਆਂ ਨੇ, ਇੰਨੀਆਂ ਲਿਬੜੀਆਂ ਫਿਰਦੀਆਂ, ਤੁਹਾਨੂੰ ਪਤਾ ਕਿੱਥੇ ਆਏ ਹੋ ਤੁਸੀਂ? ਤੁਸੀਂ ਰਾਜੇ ਦੇ ਦਰਬਾਰ ਵਿੱਚ ਆਈਓ, ਲੜੋ ਨਾ, ਬੋਲੋ ਨਾ, ਰੌਲਾ ਨਾ ਪਾਓ, ਆਹ ਦੋਨੇ ਗੜਬੀਆਂ ਪਾਣੀ ਦੀਆਂ ਲਿਜਾਓ ਤੇ ਜਾ ਕੇ ਆਪਣੇ ਹੱਥ ਪੈਰ ਧੋ ਕੇ ਆਓ, ਵਾਪਸ ਫਿਰ ਆਇਓ ਮੇਰੇ ਕੋਲ, ਫਿਰ ਗੱਲ ਕਰਿਓ। ਹੁਣ ਜਦੋਂ ਦੋਨੇ ਗੜਬੀਆਂ ਪਾਣੀ ਦੀਆਂ ਲੈ ਕੇ ਬਾਗੀਆਂ ਨਾ, ਹੁਣ ਜਿਹੜੀ ਤਾਂ ਮੱਝ ਵਾਲੀ ਸੀ, ਨਾ ਤਾਂ ਪਾਣੀ ਸਾਰਾ ਡੋਲੇ, ਨਾਲੇ ਚੱਜ ਨਾਲ ਹੱਥ ਪੈਰ ਧੋ ਕੇ ਨਹੀਂ ਆਈ, ਤੇ ਜਿਹੜੀ ਬੱਕਰੀ ਵਾਲੀ ਸੀ ਨਾ ਤਾਂ ਉਹ ਹੱਥ ਪੈਰ ਸਾਫ਼ ਕਰੀ ਆਪਣੇ, ਤੇ ਨਾਲੇ ਪਾਣੀ ਬਚਾ ਲਈ, ਲਿਆ ਕੇ ਉਵੇਂ ਜਿਵੇਂ ਗੜਬੀ ਰੱਖਤੀ। ਜਦੋਂ ਰਾਜੇ ਕੋਲੇ ਦੋਨੇ ਭੈਣਾਂ ਨੇ ਗੜਬੀਆਂ ਲਿਆ ਕੇ ਰੱਖਤੀਆਂ ਨਾ, ਰਾਜੇ ਨੇ ਪਹਿਲਾਂ ਦੋਨਾਂ ਦੇ ਪੈਰਾਂ ਵੱਲ, ਹੱਥਾਂ ਵੱਲ, ਚਿਹਰੇ ਵੱਲ ਨਿਗਾਹ ਮਾਰੀ ਵੀ ਸਾਫ਼ ਆ। ਦੇਖ ਲਿਆ ਵੀ ਮੱਝ ਵਾਲੀ ਤਾਂ ਉਵੇਂ ਲੱਲ ਪਲ ਜਾ ਕਰੇ, ਤੇ ਬੱਕਰੀ ਵਾਲੀ ਹੱਥ ਪੈਰ ਸਾਫ਼ ਵੀ ਕਰਕੇ ਆਈ ਆ, ਤੇ ਨਾਲ ਗੜਬੀ 'ਚ ਪਾਣੀ ਵੀ ਬਚਾ ਲਈ। ਬਸ ਨਾਲ ਦੀ ਨਾਲ ਹੁਕਮ ਕਰ ਦਿੱਤਾ, ਕਹਿੰਦਾ ਮੱਝ ਵਾਲੀਏ ਮੰਨਣਾ ਮੰਨ ਜਾ, ਤੇ ਨਹੀਂ ਡਾਂਗ ਫਿਰੂਗੀ, ਤੂੰ ਇਹਦਾ ਘਿਓ ਮੁੱਕਰੀ ਆ। ਪਹਿਲੇ ਦਬਕੇ ਜੀ ਮੰਨ ਗਈ, ਕਹਿੰਦੀ ਹਾਂ ਮੁੱਕਰੀ ਆ, ਪਰ ਮੈਨੂੰ ਇਉਂ ਦੱਸ ਤੈਨੂੰ ਪਤਾ ਕੀ ਲੱਗਿਆ? ਸਭਾ 'ਚ ਬੈਠੇ ਸਾਰੇ ਲੋਕ ਉਹ ਵੀ ਹੈਰਾਨ ਵੀ ਰਾਜਾ ਸਾਹਿਬ ਤੂੰ ਇੰਨੇ ਜਲਦੀ ਫੈਸਲਾ ਕਿਵੇਂ ਕਰਤਾ, ਇੰਨੇ ਦਿਨਾਂ ਬਾਅਦ ਤੁਰੰਤ ਫੈਸਲਾ ਕਿਵੇਂ ਕਰ ਦਿੱਤਾ? ਬਸ ਉਹ 2 ਗੜਬੀਆਂ ਫੈਸਲਾ ਕਰ ਗਈਆਂ, ਜਿਹੜੀ ਪਾਣੀ ਵੀ ਡੋਲ ਆਈ ਤੇ ਚੱਜ ਨਾਲ ਹੱਥ ਪੈਰ ਵੀ ਨਹੀਂ ਧੋ ਕੇ। ਗੁਰੂ ਆਪਣਾ ਰਾਜਾ ਕਹਿੰਦਾ ਇਹ ਤਾਂ ਵਿਚਾਰੀ ਭੋਲੀ ਆ, ਇਹ ਮੱਝ ਭਾਵੇਂ ਇੱਕ ਦੀ ਬਜਾਏ 10 ਬੰਨ ਲਏ, ਪਰ ਘਰ ਦੇ ਵਿੱਚ ਘਿਓ ਨਹੀਂ ਇਕੱਠਾ ਕਰ ਸਕਦੀਗੀ। ਪਰ ਜਿਹੜੀ ਬੱਕਰੀ ਵਾਲੀ ਆ ਨਾ, ਹੱਥ ਪੈਰ ਵੀ ਧੋਈ ਤੇ ਕਿਰਸ ਨਾਲ ਪਾਣੀ ਵੀ ਬਚਾ ਲਈ, ਇਹ ਸਿਆਣੀ ਆ। ਗੁਰੂ ਸਾਹਿਬ ਕਹਿੰਦੇ ਆਹ ਜੀਵਨ ਹੋਣਾ ਚਾਹੀਦਾ ਗੁਰਸਿੱਖ ਦਾ। ਬਚਪਨ ਦੇ ਵਿੱਚ ਹੀ ਗੁਣਾ ਰੂਪੀ ਦੁੱਧ, ਗੁਣਾ ਰੂਪੀ ਘਿਓ ਥੋੜਾ ਥੋੜਾ ਇਕੱਠਾ ਕਰਦਾ ਜਾ, ਤੇ ਬੁੱਢੇ ਹੁੰਦਿਆਂ ਤੱਕ ਇਹ ਘਿਓ, ਗੁਣਾ ਰੂਪੀ ਦੁੱਧ ਕਾਫੀ ਇਕੱਠਾ ਹੋ ਜਾਊਗਾ। ਫਿਰ ਉਦੋਂ ਤੂੰ ਬੈਠ ਜਾਏਗਾ ਨਾ, ਤੇ ਫਿਰ ਬੈਠ ਕੇ ਇਸ ਘਿਓ ਦਾ, ਇਸ ਦੁੱਧ ਦਾ ਆਨੰਦ ਮਾਣੀ। ਗੁਰੂ ਸਾਹਿਬ ਨੇ ਆਹ ਕਿਰਸ ਕਰਨ ਦੇ ਲਈ ਕਿਹਾ। ਪਰ ਜਵਾਨੀ ਵੀ ਗਈ ਤੇ ਬਚਪਨ ਵਿੱਚ ਵੀ ਅਸੀਂ ਕੁਛ ਨਹੀਂ ਖੱਟਿਆਗਾ। ਕਾਲੀ ਜਿੰਨੀ ਨਾ ਰਾਵਿਆ, ਧੌਲੀ ਰਾਵੈ ਕੋਏ, ਕਰ ਸਾਈਂ ਸੋ ਪਿਰ ਹੜੀ, ਰੰਗ ਨਵੇਲਾ ਹੋਏ। ਇਹ ਨਵੇਕਲਾ ਰੰਗ ਤਾਂ ਭਾਈ ਕਿਸੇ ਕਿਸੇ ਦੀ ਜ਼ਿੰਦਗੀ ਵਿੱਚ ਆਉਂਦਾ ਹੈ। ਤਾਈਓ ਮਾਲਕ ਜੀ ਨੇ ਅਗਲੇ ਬੰਦ ਵਿੱਚ ਜ਼ਿਕਰ ਕੀਤੀ ਹੈ, ਰੱਬ ਰਹਿਆ ਜੁਗ 4 ਤਿਰ ਭਵਨ, ਬਾਣੀ ਜਿਸ ਕੀ ਬਲਰਾਮ ਜੀਓ। ਉਹ ਮੇਰਾ ਮਾਲਕ ਤਿੰਨੇ ਭਵਨਾਂ ਦੇ ਵਿੱਚ ਰਮਿਆ ਹੋਇਆਗਾ, ਧਰਤੀ, ਆਕਾਸ਼, ਪਤਾਲ। ਉਹਦੇ ਨਾਲ ਮਿਲ ਕੇ, ਉਹਦੇ ਨਾਲ ਜੁੜ ਕੇ ਮੈਂ ਗੁਣਾ ਰੂਪੀ ਦੁੱਧ ਤੇ ਘਿਓ ਇਕੱਠਾ ਕਰਨਾਗਾ, ਫਿਰ ਮੇਰੀ ਜ਼ਿੰਦਗੀ ਸੌਖੀ ਹੋ ਸਕਦੀ ਹੈ। ਤਿਰ ਭਵਨ ਕੰਤ ਰਵੈ ਸੁਹਾਗਣ, ਅਵਗਣਵੰਤੀ ਦੂਰੇ ਕੁੱਡਰ। ਅਵਗਣਵੰਤੀ ਉਹ ਕਦੇ ਗੁਣਾ ਨੂੰ ਗ੍ਰਹਿਣ ਨਹੀਂ ਕਰ ਸਕਦੀ। ਤਿਰ ਭਵਨ ਕੰਤ, ਕੰਤ ਮੀਨਜ ਮੇਰਾ ਮਾਲਕ, ਉਹ ਤਿੰਨੇ ਭਵਨਾਂ ਦੇ ਵਿੱਚ ਹੈ। ਮੈਂ ਉਹਨੂੰ ਹਰ ਥਾਂ ਤੇ ਮਿਲ ਕੇ ਆਪਣੀ ਜ਼ਿੰਦਗੀ ਜੂਣ ਇਕੱਠੇ ਕਰ ਸਕਦੀ ਹਾਂ। ਇਹ ਨਹੀਂ ਜੇ ਮੈਂ ਕਿਤੇ ਦੂਰ ਚਲੀ ਗਈ ਨਾ ਆਪਣੇ ਪਿੰਡ ਤੋਂ, ਆਪਣੇ ਘਰ ਤੋਂ, ਤੇ ਉੱਥੇ ਮੇਰਾ ਮਾਲਕ ਨਹੀਂ ਹੈ। ਉਹ ਹਰ ਥਾਂ ਤੇ ਹੈ। ਸਦਾ ਅੰਗ ਸੰਗੇ ਅਭੰਗੰ ਬਪੂਤੇ, ਗੁਰ ਮੇਰਾ ਸੰਗ ਸਦਾ ਹੈ ਨਾਲੇ। ਇਸ ਤਰ੍ਹਾਂ ਦੀ ਭਾਵਨਾ ਨਾਲ ਉਹ ਹਰ ਥਾਂ ਤੇ ਹਾਜ਼ਰ ਨਾਜ਼ਰ, ਮੇਰਾ ਕੰਤ ਹਰ ਥਾਂ ਮੇਰੀ ਮਦਦ ਕਰਦਾ। ਬਸ
ਹੁਣ ਸਰੀਰਕ ਤਲ ਤੇ ਤਾਂ ਇਹੀ ਗੱਲ ਆ ਨਾ, ਜੇ ਕੰਤ ਮਾਲਕ ਪਤੀ ਨਾਲ ਹੈ, ਰਸਤੇ ਵਿੱਚ ਕਿਤੇ ਵਿਪਤਾ ਪੈ ਜੇ ਤਾਂ ਉਹ ਮਦਦ ਕਰ ਸਕਦਾ। ਜੇ ਘਰ ਹੈ, ਪਤਨੀ ਕੱਲੀ ਆ, ਤਾਂ ਪਤੀ ਸਰੀਰਕ ਤਲ ਤੇ ਮਦਦ ਨਹੀਂ ਕਰ ਸਕੇਗਾ। ਉਹ ਪਰਮਾਤਮਾ ਏਡਾ ਤਕੜਾ ਤੇ ਏਡਾ ਬਲਵਾਨ ਪਤੀ ਆ ਵੀ ਜਿਹੜਾ ਹਰ ਥਾਂ ਤੇ ਮਦਦ ਕਰਦਾ ਹੈ। ਸੋ ਵਾਹਿਗੁਰੂ ਕਿਰਪਾ ਕਰੇ। ਲਾਸਟ ਵਿੱਚ ਮਾਲਕ ਜੀ ਜ਼ਿਕਰ ਕਰਦੇ ਨੇ, ਜੈਸੀ ਆਸਾ ਤੈਸੀ ਮਨਸਾ। ਜਿਹੋ ਜੀ ਮੇਰੇ ਅੰਦਰ ਦੀ ਆਸ ਹੈ, ਭਾਵਨਾ ਹੈ, ਮਨਸਾ ਹੈ, ਜੈਸੀ ਆਸਾ ਤੈਸੀ ਮਨਸਾ ਪੂਰ ਰਹਿਆ। ਪਰ ਭੂਰੇ ਪਾਤਸ਼ਾਹ ਜੀ ਕਹਿੰਦੇ ਨਾ, ਫਿਰ ਉਹ ਮਾਲਕ ਸਾਡੀ ਜਿਹੋ ਜੀ ਭਾਵਨਾ ਉਹੋ ਜਿਹਾ ਫਲ ਸਾਨੂੰ ਦੇ ਦਿੰਦਾ। ਇਉਂ ਕਹਿ ਲੋ ਵੀ ਜਿਹੋ ਜੀ ਸਾਡੀ ਕਿਰਤ ਹੈ ਤੇ ਉਹੋ ਜਿਹਾ ਸਾਡਾ ਭਵਿੱਖ ਬਣ ਜਾਂਦਾ ਹੈ। ਮਾੜੇ ਕੰਮ ਕਰਾਂਗੇ, ਮਾੜਾ ਫਲ। ਕਿੱਕਰ ਬੀਜਾਂਗੇ, ਕੰਡੇ ਮਿਲ ਗਏ। ਦਾਖਾਂ ਬੀਜੀਆਂ, ਦਾਖਾਂ ਮਿਲਣਗੀਆਂ। ਇਹ ਨਹੀਂ ਹੈ ਲੋੜਾ ਦਾਖ ਵਜੌਰੀਆਂ, ਕਿੱਕਰ ਬੀਜੈ ਜੱਟ ਹੰਢੈ ਉਨ ਕਤਾਇੰਦਾ, ਪੈਂਦਾ ਲੋੜਾ ਪੱਟ। ਭਾਵ ਕਿੱਕਰ ਬੀਜ ਕੇ ਦਾਖਾਂ ਭਾਲ ਗਏ। ਠੀਕ ਆ ਨਾ। ਬੜੇਵੇਂ ਬੀਜ ਕੇ ਰੇਸ਼ਮ ਨਹੀਂ ਮਿਲਦਾ। ਰੇਸ਼ਮ ਅਲੱਗ ਹੈ ਤੇ ਬੜੇਵੇਂ ਤਾਂ ਭਾਈ ਨਰਮਕ ਭਾਈ ਲੱਗਣਾਗਾ। ਇਸੇ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਆਪਣੀ ਜ਼ਿੰਦਗੀ 'ਚ ਧਿਆਨ ਰੱਖ, ਜੋ ਬੀਜੇਗਾ ਉਹੀ ਮਿਲੂਗਾ। ਚੰਗਾ ਬੀਜ ਲਾ, ਚੰਗਿਆਈ ਮਿਲ ਜੂ। ਮਾੜਾ ਬੀਜੇਗਾ, ਬੁਰਿਆਈ ਮਿਲ ਜੂ। ਜੋ ਬੀਜੇਗਾ ਉਹ ਤੇਰੇ ਆਪਣੇ, ਮਤਲਬ ਸਾਡੇ ਆਪਣੇ ਹੱਥ ਵਿੱਚ ਆ। ਹਰ ਕੀ ਨਾਰ ਸੋ ਸਰਬ ਸੁਹਾਗਣ, ਰਾਂਡ ਨਾ ਮੈਲੇ ਵੇਸੇ। ਪਹਿਲੇ ਬੰਦ ਵਿੱਚ ਗੁਰੂ ਸਾਹਿਬ ਨੇ ਕਿਹਾ ਸੀ ਜਿਉਂਦੇ ਜੀ, ਇਹ ਜੀਵ ਆਤਮਾ ਰੰਡੀ ਹੋ ਗਈ। ਤੇ ਹੁਣ ਕੀ ਕਿਹਾ? ਕਹਿੰਦੇ ਇਹ ਜੀਵ ਆਤਮਾ ਉਹ ਆ ਦੁਨੀਆ ਵਿੱਚ। ਇਸ ਤਰ੍ਹਾਂ ਦੇ ਸਰੀਰਕ ਰਿਸ਼ਤੇ ਨਾ ਬੜੇ ਹੁੰਦੇ ਨੇ ਜਿੱਥੇ ਰੰਡਾਪਣ ਆ ਜਾਂਦਾਗਾ, ਪਰ ਜੀਵ ਆਤਮਾ ਦੂਜੇ ਬੰਦ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਜਿਨ੍ਹਾਂ ਨੇ ਗੁਣ ਗ੍ਰਹਿਣ ਕਰ ਲੈਣਾ, ਉਹ ਕਦੇ ਆਪਣੇ ਮਾਲਕ ਤੋਂ ਰਹਿਤ ਨਹੀਂ ਹੁੰਦੀ, ਦੂਰ ਨਹੀਂ ਹੁੰਦੀ। ਉਹਦੀ ਜ਼ਿੰਦਗੀ ਵਿੱਚ ਰੰਡਾਪਣ ਨਹੀਂ ਆਉਂਦਾ ਕਦੇ, ਉਹ ਰੰਡੇਪਣ ਵਿੱਚ ਕਦੇ ਵੀ ਨਹੀਂ ਆਉਂਦੀ। ਸਾਡਾ ਉਹ ਮਾਲਕ ਹੈ ਜਿਹਨੂੰ ਆਪਾਂ ਸੌਖੇ ਢੰਗ ਨਾਲ ਕਹਿ ਲਈਏ, ਸਾਡੀ ਜੀਵ ਆਤਮਾ ਕਦੇ ਵੀ ਉਹ ਪਤੀ ਤੋਂ ਰਹਿਤ ਨਹੀਂ ਹੋਵੇਗੀ। ਹਰ ਟਾਈਮ ਅਸੀਂ ਪਤੀ ਦੀ ਨਿਗਾਹ ਵਿੱਚ ਤੇ ਹਰ ਟਾਈਮ ਅਸੀਂ ਸੁਹਾਗਣਾ ਹਾਂ। ਅੱਗੇ ਪਾਤਸ਼ਾਹ ਜੀ ਕਹਿੰਦੇ ਨੇ, ਨਾਨਕ ਮੈਂ ਬਰ ਸਾਚਾ ਭਾਵੈ ਜੁਗ ਜੁਗ ਪ੍ਰੀਤਮ ਤੇਰਾ। ਹੀ ਵਾਹਿਗੁਰੂ ਜੀ, ਮੈਨੂੰ ਸੱਚਾ ਮਾਲਕ ਮਿਲਾ ਦੇਵੋ ਜੋ ਮੈਂ ਜੁਗ ਜੁਗ ਸਦਾ ਸਦਾ ਜਿਉਂਦਾ ਰਹਾਂ। ਆਪਣੀ ਅਸੀਸ ਵੀ ਹੈ ਨਾ, ਜੁਗ ਜੁਗ ਜੀਓ, ਜਾਂ ਲੰਮੀਆਂ ਉਮਰਾਂ ਹੋਣ, ਜੁਗ ਜੁਗ ਜਿਉਂਦੇ ਰਹੋ। ਇਦਾਂ ਜੁਗ ਜੁਗ ਜਿਉਣਾ ਸਰੀਰ ਕਰਕੇ ਤਾਂ ਬਹੁਤ ਵੱਡੀ ਗੱਲ ਆ, ਨਹੀਂ ਇਦਾਂ ਦੀ ਬਖਸ਼ਿਸ਼ ਹੋ ਸਕਦੀ। ਪਰ ਅਸੀਂ ਸ਼ੁਭ ਗੁਣਾ ਕਰਕੇ ਲੰਬਾ ਟਾਈਮ ਜ਼ਿੰਦਗੀ ਇਸ ਧਰਤੀ ਤੇ ਜਿਉ ਸਕਦੇ ਹਾਂ। ਸੋ ਇੱਥੋਂ ਤੱਕ ਆਪਾਂ ਦੋ ਬੰਦਾਂ ਦੀ ਵਿਚਾਰ ਕੀਤੀ ਆ। ਵਾਹਿਗੁਰੂ ਮਾਲਕ ਭਲੀ ਕਰੇ। ਇੱਥੋਂ ਤੱਕ ਵਿਚਾਰ ਕਰਦੇ ਆ, ਬੜੀਆਂ ਭੁੱਲਾਂ ਰਹਿ ਜਾਂਦੀਆਂ ਨੇ। ਗੁਰੂ ਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ ਜੀ। ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ।